संगत टैलीविजन देख रही सारिया संगतां नूं फतेह बुलाउने जी। वाहिगुरू जी का खालसा वाहिगुरू जी की फतेह। संगत जी अज असीं इत्थे टिकरी बॉर्डर के उत्ते इस समय खड़े हुए हैं ते लंगर प्रशादा जिहड़ा चल रहा है कार सेवा बाबा जगतार सिंह जी तरन ताਰਨ वाले महापुरख जिहड़े उन्हां वल्लों इत्थे लगातार जिहड़ा प्रशादा पानी लस्सी प्रशादे मक्की दी रोटी साग सारा कुछ जिहड़ा किसान वीरां वास्ते निरंतर इत्थे जिहड़ा चल रहा है। नाल साडे इत्थों दे जिहड़े सेवादार मुख सेवादार ने जिहड़े कमांड देख रहे हैं लंगर प्रशादे दी, ओह साडे नाल मौजूद ने। आपां उन्हां नाल गलबात करांगे कि ओह जिहड़ी जानकारी है संगत नाल साझी कर सकन। वाहिगुरू जी का खालसा वाहिगुरू जी का खालसा वाहिगुरू जी की फतेह जी। ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਲੰਗਰ ਸੇਵਾ ਹੈ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਸਾਹਿਬ ਵਾਲਿਆਂ ਵੱਲੋਂ ਅਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਸ਼ਾਹਬਾਦ ਮਾਰਕੰਡਿਆਂ ਵੱਲੋਂ ਜਾਰੀ ਹੈ। ਇਹ ਲੰਗਰ ਸੇਵਾ ਉਦੋਂ ਤੋਂ ਜਾਰੀ ਹੈ ਜਦੋਂ ਤੋਂ ਇਹ ਸੰਘਰਸ਼ ਚੱਲਦਾ ਹੋਇਆ ਸੀ। ਇਹ ਲੰਗਰ ਸੇਵਾ ਪਹਿਲਾਂ 2 ਅਕਤੂਬਰ ਤੋਂ ਜਿਹੜੇ ਆਪਾਂ ਧਰਨੇ ਲਾਏ ਸੀ ਉਹਨਾਂ ਤੇ ਵੀ ਜਾਂਦਾ ਰਿਹਾ ਤੇ ਜਦੋਂ ਤੋਂ ਪੰਜਾਬ ਦੇ ਸਿੰਘ ਇੱਥੇ ਆਏ ਨੇ ਉਦੋਂ ਤੋਂ ਲੰਗਰ ਸੇਵਾ ਚੱਲਦੀ ਹੈ ਤੇ ਜਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਉਦੋਂ ਤੱਕ ਇਸ ਲੰਗਰ ਸੇਵਾ ਜਾਰੀ ਰਹੇਗੀ। ਇਸ ਮੋਰਚੇ ਨੂੰ ਫਤਿਹ ਕਰਕੇ ਹੀ ਇੱਥੋਂ ਲੰਗਰ ਸੇਵਾ ਬੰਦ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਇਸ ਸਮੇਂ ਅਸੀਂ ਬਾਬਾ ਜੀ ਦੇ ਪੜਾਅ ਤੇ ਖੜੇ ਆ ਕਾਰ ਸੇਵਾ ਤਰਨ ਤਾਰਨ ਵਾਲਿਆਂ ਦੇ ਮਹਾਂਪੁਰਖਾਂ ਦੇ ਜਿਹੜੇ ਪੜਾਅ ਦੇ ਉੱਤੇ ਟਿਕਰੀ ਬਾਰਡਰ ਦੇ ਉੱਤੇ ਇਸ ਸਮੇਂ ਅਸੀਂ ਮੌਜੂਦ ਹਾਂ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਅਗਲੀ ਖੇਪ ਤੰਬੂਆਂ ਦੀ ਟੈਂਟਾਂ ਦੀ ਇੱਥੇ ਪਹੁੰਚ ਚੁੱਕੀ ਹੈ। ਸੰਗਤ ਏਡ ਵੱਲੋਂ ਸੰਗਤ ਏਡ ਟਰਸਟ ਵੱਲੋਂ ਇੱਥੇ ਜਿਹੜੀ ਅਗਲੀ ਖੇਪ ਹੈ ਉਹ ਤੰਬੂਆਂ ਦੀ 10x10 ਦੇ ਵਿੱਚ ਤੰਬੂ ਵੀ ਨੇ ਤੇ ਜਿਹੜੇ ਸੰਗਤ ਦੇ ਸਹਿਯੋਗ ਦੇ ਨਾਲ ਇੱਥੇ ਸਾਰਾ ਕੁਝ ਜਿਹੜਾ ਹੈ ਮੁਹੱਈਆ ਹੋ ਰਿਹਾ। ਆਪਾਂ ਦੇਖ ਸਕਦੇ ਹਾਂ ਲੰਗਰ ਪ੍ਰਸ਼ਾਦਾ ਜਿਹੜਾ ਉਹ ਵੀ ਅਟੁੱਟ ਵਰਤ ਰਿਹਾ। ਨਾਲ ਦੀ ਨਾਲ ਜਿੱਥੇ ਵੀ ਸ਼ਾਰਟੇਜ ਆਉਂਦੀ ਹੈ ਜਿਵੇਂ ਕਿ ਸਿੰਘੂ ਬਾਰਡਰ ਦੇ ਵਿੱਚ ਪਹਿਲਾਂ ਸ਼ਾਰਟੇਜ ਸੀ, ਕਿਤੇ ਕਿਤੇ ਟੈਂਟਾਂ ਦੀ ਜ਼ਰੂਰਤ ਸੀ ਜਾਂ ਬੀਬੀਆਂ ਕਈ ਵਾਰ ਆਉਂਦੀਆਂ ਨੇ ਮੋਰਚੇ ਦੇ ਵਿੱਚ ਤੇ ਉਹਨਾਂ ਵਾਸਤੇ ਵੱਖਰਾ ਜਿਹੜਾ ਸੌਣ ਨੂੰ ਪ੍ਰਬੰਧ ਨਹੀਂ ਹੁੰਦਾ, ਸੋ ਉੱਥੇ ਜਿਹੜਾ ਤੰਬੂਆਂ ਦਾ ਟੈਂਟਾਂ ਦਾ ਪ੍ਰਬੰਧ ਕੀਤਾ ਗਿਆ। ਹੁਣ ਇਸ ਸਮੇਂ ਜਿਹੜਾ ਟਿਕਰੀ ਬਾਰਡਰ ਤੇ ਜਿਹੜੀ ਇੱਕ ਲੋਟ ਹੋਏ ਆ ਜਿੰਨੇ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਇੱਥੇ ਟੈਂਟ ਨੇ ਉਹ ਇੱਥੇ ਮੁਹੱਈਆ ਕਰਵਾਏ ਜਾ ਰਹੇ ਆ। ਸੰਗਤ ਏਡ ਟਰਸਟ ਵੱਲੋਂ ਵਾਰ-ਵਾਰ ਅਸੀਂ ਬੇਨਤੀ ਕਰ ਰਹੇ ਹਾਂ ਕਿ ਬਹੁਤ-ਬਹੁਤ ਧੰਨਵਾਦ ਹੈ ਸੰਗਤ ਦਾ। ਸੰਗਤ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਇੱਥੇ ਪਹੁੰਚ ਜਿਹੜੀ ਉਹ ਮੁਮਕਿਨ ਹੋ ਰਹੀ ਹੈ। ਸੰਗਤ ਜੀ ਬਾਬਾ ਜੀ ਹੁਣਾਂ ਤੋਂ ਆਪਾਂ ਇਹ ਵੀ ਜਾਣਦੇ ਹਾਂ ਕਿ ਇੱਥੇ ਜਿਹੜੇ ਹੁਣ ਟੈਂਟ ਮੁਹੱਈਆ ਕਰਵਾਏ ਜਾ ਰਹੇ ਆ ਸੰਗਤ ਏਡ ਟਰਸਟ ਵੱਲੋਂ, ਉਹਨਾਂ ਦੀ ਕਿੰਨੀ ਕੁ ਜ਼ਰੂਰਤ ਸੀ ਇੱਥੇ ਤੇ ਕਿੰਨਾ ਕੁ ਪ੍ਰਬੰਧ ਇਹਨਾਂ ਕੋਲ ਇਸ ਤੋਂ ਪਹਿਲਾਂ ਕਿੰਨਾ ਪ੍ਰਬੰਧ ਸੀ ਉਹ ਆਪਾਂ ਬਾਬਾ ਜੀ ਹੁਣਾਂ ਵੱਲੋਂ ਜਾਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਬਾਬਾ ਜੀ ਹੋਰਾਂ ਨੇ ਬਾਬਾ ਗੁਰਮੀਤ ਸਿੰਘ ਹੋਰਾਂ ਨੇ ਸਾਡੇ ਕੋਲ 30x30 ਦੇ 2 ਟੈਂਟ ਲਵਾਏ ਸੀ। ਜਿਹੜੇ ਸੰਗਤ ਆਉਂਦੀ ਨਹੀਂ ਸੀ ਇਸ ਵਾਸਤੇ ਟੈਂਟਾਂ ਦੀ ਬੜੀ ਜ਼ਰੂਰਤ ਸੀ। ਇੱਥੇ ਰਾਤ ਵੀ ਬੜੀ ਸੰਗਤ ਸਾਡੇ ਕੋਲ ਆਈ ਹੈ। ਸਾਡੇ ਕੋਲ ਟੈਂਟ ਹੈ ਨਹੀਂ ਸੀ, ਉਹ ਟੈਂਟ ਸਾਡੇ ਕੋਲ ਘੱਟ ਸੀ। ਇਸ ਵਾਸਤੇ ਬਾਬਾ ਜੀ ਨੂੰ ਅਸੀਂ ਦੱਸਿਆ ਸੀ ਵੀ ਬਾਬਾ ਜੀ ਸਾਨੂੰ ਟੈਂਟਾਂ ਦੀ ਲੋੜ ਹੈ, ਇਸ ਕਰਕੇ ਟੈਂਟਾਂ ਦੀ ਇੱਥੇ ਬੜੀ ਜ਼ਰੂਰਤ ਹੈ। ਹਾਂਜੀ ਪਿੱਛੇ ਮੀਂਹ ਪਿਆ ਸੀ ਇੱਥੇ ਬੜੀ ਲੋੜ ਪਈ ਸੀ ਟੈਂਟਾਂ ਦੀ, ਫਿਰ ਬਾਬਾ ਜੀ ਨੇ ਸੜਕਾਂ ਰੋਡ ਤੇ ਲਵਾਏ ਨੇ ਟੈਂਟ 2। ਉਸ ਤੋਂ ਪਿੱਛੋਂ ਫਿਰ ਹੋਰ ਬਾਬਾ ਜੀ ਕਹਿੰਦੇ ਸੀ ਟੈਂਟ ਆਣਗੇ, ਅੱਜ ਟੈਂਟ ਸਾਡੇ ਕੋਲ ਪਹੁੰਚ ਚੁੱਕੇ ਨੇ। ਹੁਣ ਇਹਨਾਂ ਦੀ ਬੜੀ ਜ਼ਰੂਰਤ ਹੈ ਸੰਗਤ ਵਾਸਤੇ। ਤੇ ਬਾਬਾ ਜੀ ਇੱਕ ਹੋਰ ਜਾਣਕਾਰੀ ਲੈਣਾ ਚਾਹਾਂਗੇ ਕਿ ਜਿਵੇਂ ਬੀਬੀਆਂ ਵੀ ਮੋਰਚੇ ਦੇ ਵਿੱਚ ਆਪਣੀ ਹਾਜ਼ਰੀ ਭਰਨ ਆਉਂਦੀਆਂ ਨੇ ਤੇ ਬੀਬੀਆਂ ਦੇ ਰਹਿਣ ਦਾ ਪ੍ਰਬੰਧ ਇੱਥੇ ਕਿਵੇਂ ਆ ਮੋਰਚੇ ਦੇ ਵਿੱਚ? ਬੀਬੀਆਂ ਦੇ ਰਹਿਣ ਦਾ ਪ੍ਰਬੰਧ ਜਿਵੇਂ ਬੀਬੀਆਂ ਆਈਆਂ ਨੇ ਉਹ ਆਪਣਾ ਪ੍ਰਬੰਧ ਟਰਾਲੀਆਂ 'ਚ ਬੀਬੀਆਂ ਦਾ ਵੱਖਰਾ ਪ੍ਰਬੰਧ ਹੈ, ਉਹਨਾਂ ਨੇ ਵੱਖਰਾ ਪ੍ਰਬੰਧ, ਉਹਨਾਂ ਦਾ ਵਧੀਆ ਪ੍ਰਬੰਧ ਹੈ। ਉਹ ਆਪਣੇ ਜਿਹੜੇ ਸਾਧਨ ਲੈ ਕੇ ਆਏ ਨੇ ਉਹਨਾਂ ਵੱਖਰਾ ਪ੍ਰਬੰਧ ਕੀਤਾ ਹੈ, ਉਹਨਾਂ ਦਾ ਵਧੀਆ ਪ੍ਰਬੰਧ ਹੈ ਬੀਬੀਆਂ ਵਾਸਤੇ ਆਪਣਾ। ਤੁਹਾਨੂੰ ਕੀ ਲੱਗਦਾ ਵੀ ਇਹ ਚੀਜ਼ ਲਾਭਦਾਇਕ ਹੋਏਗੀ ਜਿਵੇਂ ਸੰਗਤ ਏਡ ਵੱਲੋਂ ਜਿਹੜਾ ਇੱਥੇ ਡਿਸਟ੍ਰੀਬਿਊਸ਼ਨ ਕੀਤੀ ਜਾ ਰਹੀ ਹੈ ਟੈਂਟਾਂ ਦੀ, ਤੇ ਇਹ ਆਪਣੇ ਤੁਹਾਨੂੰ ਲੱਗਦਾ ਵੀ ਇਹ ਬੀਬੀਆਂ ਵਾਸਤੇ ਵੀ ਲਾਭਦਾਇਕ ਹੈ ਕਿਉਂਕਿ ਉਹ ਵੱਖਰਾ ਆਪਦਾ ਟੈਂਟਾਂ ਦੇ ਵਿੱਚ ਰਹਿ ਸਕਦੀਆਂ ਨੇ ਆਪਣਾ ਜਿਹੜਾ, ਕਿਉਂਕਿ ਮੋਸਟਲੀ ਕੀ ਹੁੰਦਾ ਆਪਾਂ ਦੇਖਦੇ ਹਾਂ ਕਿ ਜਿਹੜੇ ਵੀਰ ਨੇ ਆਪਣੇ ਕਿਸਾਨ ਭਰਾ ਨੇ ਉਹਨਾਂ ਵਾਸਤੇ ਹੈਗੀ ਹੈ ਜਿਹੜੀ ਰਹਿਣ ਦਾ ਪ੍ਰਬੰਧ ਹੈ, ਪਰ ਜਿਹੜੀਆਂ ਸਾਡੀਆਂ ਭੈਣਾਂ ਹੁੰਦੀਆਂ ਨੇ ਉਹਨਾਂ ਵਾਸਤੇ ਕਿਤੇ ਨਾ ਕਿਤੇ ਸ਼ਾਰਟੇਜ ਰਹਿ ਜਾਂਦੀ ਹੈ ਜਗ੍ਹਾ। ਹਾਂ ਜਿਵੇਂ 10x10 ਦੇ ਟੈਂਟ ਨੇ ਇਹ ਬੀਬੀਆਂ ਵਾਸਤੇ ਬਹੁਤ ਬੈਸਟ ਰਹਿਣਗੇ, ਇਹ ਸਭ ਤੋਂ ਜ਼ਿਆਦਾ ਹੋਣਗੇ, ਵੱਖਰੇ ਹੋ ਜਾਣਗੇ ਬੀਬੀਆਂ ਵੱਖਰੇ ਤੇ ਭਾਈ ਵੱਖਰੇ ਹੋ ਜਾਣਗੇ। ਜੀ ਬਿਲਕੁਲ। ਹਾਂਜੀ ਸੋ ਬਾਬਾ ਜੀ ਜਿਵੇਂ ਤਰੇਲ ਵੀ ਕਾਫੀ ਪੈਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਤੇ ਮੀਂਹ ਵੀ ਪਿੱਛੇ ਜਿਹਾ ਕਾਫੀ ਜਿਹੜਾ ਮੌਸਮ ਸੀ ਉਹ ਖਰਾਬ ਰਿਹਾ, ਸੋ ਇਹ ਮੈਂ ਸਮਝਦਾ ਕਿ ਬੜਾ ਸਹਿਯੋਗ ਹੈ ਸੰਗਤ ਦਾ ਕਿ ਜਿਨ੍ਹਾਂ ਨੇ ਆਪਣੇ ਦਸਵੰਧ ਦੇ ਜ਼ਰੀਏ ਇੱਥੇ ਟੈਂਟ ਪਹੁੰਚਾਏ ਆ। ਵਾਟਰਪ੍ਰੂਫ ਟੈਂਟ ਨੇ ਜਿਨ੍ਹਾਂ ਦੇ ਨਾਲ ਜਿਹੜੀ ਮੀਂਹ ਕਣੀ ਤੋਂ ਵੀ ਨਿਜਾਤ ਮਿਲੇਗੀ ਤੇ ਜਿਹੜੀ ਤਰੇਲ ਠੰਡ ਹਵਾ ਠੰਡੀਆਂ ਜਿਹੜੀਆਂ ਲਹਿਰਾਂ ਚੱਲਦੀਆਂ ਨੇ ਉਹਨਾਂ ਤੋਂ ਵੀ ਜਿਹੜੀ
ਆਪਾਂ ਕਹਿ ਸਕਦੇ ਹਾਂ ਕਿ ਇੱਕ ਬੜੀ ਵੱਡੀ ਰਾਹਤ ਮਿਲੇਗੀ ਸੰਗਤ ਨੂੰ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ? ਅਸੀਂ ਜਿਹਨਾਂ ਸੰਗਤਾਂ ਨੇ ਦਸਵੰਧ ਕੱਢ ਕੇ ਸੰਗਤਾਂ ਦੇ ਸਹਿਯੋਗ ਨਾਲ ਇਹ ਟੈਂਟ ਭੇਜੇ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਉਹਨਾਂ ਦਾ ਬੜਾ ਸ਼ੁਕਰੀਆ ਕਰਦੇ ਹਾਂ ਕਿ ਅੱਗੇ ਤੋਂ ਵੀ ਸੰਗਤਾਂ ਦੀ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣ। ਸੰਗਤ ਜੀ ਆਪਾਂ ਦੇਖ ਸਕਦੇ ਹਾਂ ਇਸ ਸਮੇਂ ਜਿਹੜੀ ਟੈਂਟਾਂ ਦੀ ਅਗਲੀ ਖੇਪ ਹੈ ਉਹ ਇੱਥੇ ਟਿਕਰੀ ਬਾਰਡਰ ਤੇ ਪੂਰੀ ਤਿਆਰੀ ਚੱਲ ਰਹੀ ਹੈ। ਇੱਥੇ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਉਹ ਪ੍ਰਬੰਧ ਹੋ ਜਾਏਗਾ ਪੂਰਾ ਇੱਕ ਤਰੀਕੇ ਦੇ ਨਾਲ, ਜਿਹੜੇ ਪ੍ਰੋਪਰ ਫਿਟਿੰਗ ਹੋ ਜਾਏਗੀ ਤੰਬੂਆਂ ਦੀ, ਜਿਹੜੇ 10 ਬਾਏ 10 ਦੇ ਟੈਂਟ ਲੈ ਕੇ ਇੱਥੇ ਸੇਵਾ ਲੈ ਕੇ ਜਿਹੜੇ ਇੱਥੇ ਸੰਗਤ ਏਡ ਟਰਸਟ ਦੀ ਜਿਹੜੀ ਟੀਮ ਹੈ ਉਹ ਪਹੁੰਚੀ ਹੈ। ਤੇ ਆਪਾਂ ਦੇਖ ਸਕਦੇ ਹਾਂ ਫੋਲਡੇਬਲ ਟੈਂਟ ਨੇ, ਇਹਨਾਂ ਦਾ ਜਿਹੜਾ ਪ੍ਰਬੰਧ ਹੈ ਉਹ ਸਮਝ ਸਕਦੇ ਕਿ ਆਮ ਜਿਹੜੇ ਸਰੀਏ ਦੇ ਹੁੰਦੇ ਆ ਟੈਂਟ ਉਹਨਾਂ ਨਾਲੋਂ ਕਾਫੀ ਵਧੀਆ ਹੈ। ਤੇ ਖਾਸ ਤੌਰ ਦੇ ਜਿਹੜੇ ਭਾਈ ਰਣਧੀਰ ਸਿੰਘ ਜੀ ਯੂਕੇ ਤੋਂ ਇੱਥੇ ਪਹੁੰਚੇ ਆ, ਜਿਹੜੇ ਟਰਸਟੀ ਨੇ ਸੰਗਤ ਏਡ ਯੂਕੇ ਦੇ, ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸੰਗਤ ਵਾਸਤੇ ਜਿਹੜਾ ਇੰਨਾ ਵੱਡਾ ਰਾਹਤ ਭਰਿਆ ਜਿਹੜਾ ਉਪਰਾਲਾ ਉਹਨਾਂ ਨੇ ਆਪ ਇੱਥੇ ਪਹੁੰਚ ਕੇ। ਆਪਾਂ ਦੇਖ ਸਕਦੇ ਹਾਂ ਕਿਸ ਤਰ੍ਹਾਂ ਜੁਟੇ ਹੋਏ ਆ ਟੈਂਟ ਲਗਾਉਣ ਦੇ ਪ੍ਰਬੰਧ ਦੇ ਵਿੱਚ। ਮਤਲਬ ਇੱਕ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਨਿਸ਼ਕਾਮ ਤੇ ਜਿਹੜੀ ਰੂਹ ਨੂੰ ਸਕੂਨ ਦੇਣ ਵਾਲੀ ਸੇਵਾ ਉਹ ਇੱਥੇ ਨਿਭਾ ਰਹੇ ਆ। ਸੰਗਤ ਜੀ ਬਿਲਕੁਲ ਪਿਛਲੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਸੰਗਤ ਏਡ ਯੂਕੇ, ਜਿਹੜੀਆਂ ਵੀ ਸੰਗਤਾਂ ਨੇ ਦਸਵੰਧ ਦੇ ਰੂਪ ਦੇ ਵਿੱਚ ਆਪਣਾ ਹਿੱਸਾ ਪਾਇਆ, ਸੰਸਥਾ ਦੇ ਵਿੱਚ ਆਪਣਾ ਯੋਗਦਾਨ ਦਿੱਤਾ, ਤੇ ਤੁਹਾਡੇ ਯੋਗਦਾਨ ਦੇ ਸਦਕਾ ਅੱਜ ਜਿਹੜੇ ਟੈਂਟ ਨੇ ਉਹ ਇੱਥੇ ਟਿਕਰੀ ਬਾਰਡਰ ਤੋਂ ਆਪਾਂ ਸ਼ੁਰੂਆਤ ਕੀਤੀ ਅੱਜ। ਜਿਵੇਂ ਕਿ ਪਹਿਲੇ ਸਿੰਘੂ ਬਾਰਡਰ ਤੇ ਪਲਵਲ ਬਾਰਡਰ ਤੇ ਸਾਰਿਆਂ ਦੇ ਜਿੱਥੇ ਇਹ ਜਿਹੜੀ ਆਪ ਕਹਿ ਸਕਦੇ ਹਾਂ ਸੇਵਾ ਚੱਲੀ ਹੈ, ਸ਼ੁਰੂ ਹੋਈ, ਤੇ ਅੱਜ ਜਿਹੜਾ ਆਪਾਂ ਟਿਕਰੀ ਬਾਰਡਰ ਤੇ ਪਹੁੰਚੇ ਆ, ਇੱਥੇ ਜਿਹੜੇ ਦੋ ਟੈਂਟ ਨੇ ਉਹ ਇੱਥੇ ਲੱਗ ਚੁੱਕੇ ਆ, ਤਿਆਰ ਹੋ ਚੁੱਕੇ ਆ, ਵਿੱਚ ਬਿਲਕੁਲ ਰਹਿਣਯੋਗ ਜਿਹੜੇ ਉਹ ਬਣਾ ਦਿੱਤੇ ਗਏ ਆ। ਜਿਵੇਂ ਜਿਵੇਂ ਅੱਗੇ ਵੱਧਦੇ ਜਾਵਾਂਗੇ ਉਵੇਂ ਹੋਰ ਜਿਹੜੀ ਡਿਸਟ੍ਰੀਬਿਊਸ਼ਨ ਹੈ ਇਹਨਾਂ ਦੀ ਜਿਹੜੀ ਵੰਡ ਹੈ ਟੈਂਟਾਂ ਦੀ ਉਹ ਕਰਦੇ ਜਾਵਾਂਗੇ। ਸੰਗਤ ਦੇ ਵਿੱਚੋਂ ਇੱਕ ਭਾਈ ਸਾਹਿਬ ਆਪਣੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਤੋਂ ਜਾਣਾਂਗੇ ਕਿ ਕਿੱਦਾਂ ਦਾ ਇਹਨਾਂ ਨੂੰ ਪ੍ਰਬੰਧ ਲੱਗਾ ਟੈਂਟਾਂ ਦਾ, ਤੇ ਆਪਾਂ ਜਾਣਾਂਗੇ ਕਿ ਇਹਨਾਂ ਦਾ ਮੋਰਚੇ ਬਾਰੇ ਵਿਚਾਰ, ਤੇ ਨਾਲ ਹੀ ਹੋਰ ਕਿਹੜੀ ਚੀਜ਼ ਦੀ ਇਹਨਾਂ ਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਇੱਥੇ ਅੰਦੋਲਨ ਦੇ ਵਿੱਚ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਦੱਸੋ ਕਿ ਇਹ ਜਿਹੜੇ ਸੰਗਤ ਏਡ ਯੂਕੇ ਸੰਸਥਾ ਵੱਲੋਂ ਜਿਹੜੇ ਇੱਥੇ ਸੰਗਤ ਦੇ ਸਹਿਯੋਗ ਦੇ ਨਾਲ ਇੱਥੇ ਟੈਂਟ ਲਗਾਏ ਗਏ ਆ, ਪਹਿਲਾਂ ਵੀ ਜਿਵੇਂ ਦੱਸਿਆ ਕਿ ਹੋਰਾਂ ਬਾਰਡਰਾਂ ਤੇ ਵੀ ਲਗਾਏ ਜਾ ਰਹੇ ਆ, ਤੇ ਇਹ ਨਾਲ ਦੀ ਨਾਲ ਹੀ ਡਿਸਟ੍ਰੀਬਿਊਸ਼ਨ ਹੋ ਰਹੀ ਹੈ, ਤੇ ਇਹ ਤੁਹਾਨੂੰ ਕਿਵੇਂ ਦਾ ਪ੍ਰਬੰਧ ਜਿਹੜਾ ਇਹ ਲੱਗਾ, ਸੰਗਤ ਦਾ ਜਿਹੜਾ ਉਪਰਾਲਾ ਹੈ ਕਿਵੇਂ ਦਾ ਲੱਗਾ ਤੁਹਾਨੂੰ? ਹਾਂਜੀ ਵਾਹਿਗੁਰੂ ਜੀ, ਗੱਲ ਇਦਾਂ ਹੈ ਵੀ ਜਿਹੜਾ ਇਹ ਸੰਸਥਾ ਵੱਲੋਂ ਲਗਾਏ ਗਏ ਨੇ, ਜੋ ਵੀ ਸੰਸਥਾ ਵੱਲੋਂ ਇਹ ਲਗਾਏ ਗਏ ਨੇ ਆਪਣੇ ਰਹਿਣ ਬਸੇਰਾ ਟੈਂਟ ਲਗਾਏ ਗਏ ਨੇ, ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ, ਬਹੁਤ ਜ਼ਿਆਦਾ ਜ਼ਰੂਰਤ ਸੀ। ਰਾਤੀ ਨਾ ਅਸੀਂ ਲੰਗਰ ਛਕਾਰੇ ਸੀ ਟੈਂਟ ਦੇ ਵਿੱਚ, ਤੇ ਲੰਗਰ ਦੇ ਨਾਲ ਨਾਲ ਜੋ ਰਾਤੀ ਆਏ ਸੀ ਇੱਥੇ ਆਪਣਾ ਕਿਸਾਨ ਭਰਾ ਆਏ ਸੀ, ਉਹਨਾਂ ਨੂੰ ਅਸੀਂ ਲੰਗਰ ਛਕਾਇਆ, ਤੇ ਜੋ ਬੀਤੀ ਹੈ ਉਹ ਦੱਸ ਰਿਹਾ ਮੈਂ ਤੁਹਾਨੂੰ ਸੱਚਾਈ। ਤੇ ਲੰਗਰ ਛਕਾਉਣ ਤੋਂ ਬਾਅਦ ਜੀ, ਤੇ ਉਹ ਮਤਲਬ ਥੋੜਾ ਉਹਨਾਂ ਨੇ ਜਾਣਾ ਸੀ ਸਿੰਧੂ ਬਾਰਡਰ ਜਾਣਾ ਸੀ, ਰਾਤੀ 11:30 ਦਾ ਸਮਾਂ ਸੀ ਕੋਈ, ਤੇ ਉਹ ਘੁੰਮਣ ਘੇਰੀ ਚ ਪਏ ਸੀ ਵੀ ਅਸੀਂ 1 ਘੰਟਾ ਪਹਿਲਾਂ ਇਦਾਂ ਰਾਤੀ ਪਰੇਸ਼ਾਨੀ, ਠੰਡ ਜ਼ਿਆਦਾ ਸੀ, ਤੇ ਅਸੀਂ ਉਹਨਾਂ ਨੂੰ ਪ੍ਰਸ਼ਾਦਾ ਲੰਗਰ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਵੀ ਤੁਸੀਂ ਹੁਣ ਕਿੱਦਾਂ, ਕੀ ਪ੍ਰੋਗਰਾਮ ਹੈ ਤੁਹਾਡਾ? ਉਹ ਕਹਿੰਦੇ ਵੀ ਅਸੀਂ ਇੱਥੇ ਜੇ ਸਾਡਾ ਟਿਕਾਣਾ ਬਣ ਜੇ, ਠਹਿਰਾ ਬਣ ਜੇ। ਕੱਲ ਇਹ ਹੈ ਨਹੀਂ ਸੀ ਜੀ, ਅੱਜ ਲੱਗੇ ਨੇ। ਉਸ ਤੋਂ ਬਾਅਦ ਅਸੀਂ ਬੜਾ ਮਹਿਸੂਸ ਕੀਤਾ, ਦੇਖੋ ਲੰਗਰ ਦੇ ਨਾਲ ਨਾਲ
ਕਿਸਾਨ ਭਰਾਵਾਂ ਨੂੰ ਰਾਤ ਦਾ ਰਹਿਣਾ ਲੰਗਰ ਤੋਂ ਵੀ ਜ਼ਿਆਦਾ ਠੰਡ ਦੇ ਵਿੱਚ, ਤੇ ਉਹਨਾਂ ਨੂੰ ਜੀ ਅਸੀਂ ਆਪਣੇ ਇੱਥੇ ਰਜਾਈਆਂ ਦੇ ਵਿੱਚ ਜਿਹੜੇ ਮਹਾਂਪੁਰਸ਼ਾਂ ਨੇ, ਬਾਬਾ ਜੀ ਜਗਤਾਰ ਸਿੰਘ ਜੀ ਤਰਨਤਾਰਨ ਵਾਲਿਆਂ ਨੇ ਪ੍ਰਬੰਧ ਕੀਤਾ ਹੋਇਆ, ਉੱਥੇ ਅਸੀਂ ਉਹਨਾਂ ਨੂੰ ਬਿਸਤਰ ਦਿੱਤੇ। ਉਸ ਤੋਂ ਬਾਅਦ 2 ਸਿੰਘ ਹੋਰ ਆ ਗਏ ਜੀ ਥੋੜੀ ਦੇਰ ਬਾਅਦ, ਉਹਨਾਂ ਨੂੰ ਅਸੀਂ ਪ੍ਰਸ਼ਾਦਾ ਛਕਾਇਆ। ਉਹ ਸੀ ਸੰਗਰੂਰ ਡਿਸਟ੍ਰਿਕਟ ਚੋਂ ਸੀ, ਨਾਗਰਾ ਪਿੰਡ ਤੋਂ, ਤੇ ਉਹਨਾਂ ਨੂੰ ਵੀ ਅਸੀਂ ਬਿਸਤਰਾ ਦਿੱਤਾ ਜੀ। ਲੰਗਰ ਦੇ ਨਾਲ ਨਾਲ ਇਹ ਬਹੁਤ ਵੱਡੀ ਜ਼ਰੂਰਤ ਸੀ ਜੋ ਕਿ ਪੂਰੀ ਹੋ ਰਹੀ ਹੈ, ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਸੰਸਥਾ ਦਾ, ਤੇ ਬਹੁਤ ਜ਼ਿਆਦਾ ਵਧੀਆ ਮਹਿਸੂਸ ਹੋ ਰਿਹਾ ਹੈ। ਲੰਗਰ ਦੇ ਨਾਲ ਨਾਲ ਕਿਸਾਨ ਭਰਾਵਾਂ ਦਾ ਰਾਤ ਦਾ ਜੋ ਰਹਿਣ ਦਾ ਪ੍ਰੋਗਰਾਮ ਬਣ ਜਾਂਦਾ, ਕਈ ਇਦਾਂ ਆਸੇ-ਪਾਸੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ। ਬਿਲਕੁਲ ਭਾਈ ਸਾਹਿਬ ਜੀ, ਅਸੀਂ ਇਹ ਵੀ ਸਮਝਦੇ ਹਾਂ ਕਿ ਸੰਗਤ ਜਿਹੜੀ ਵਿਦੇਸ਼ਾਂ ਦੇ ਵਿੱਚੋਂ, ਯੂਰਪ ਦੇ ਵਿੱਚੋਂ, ਯੂਕੇ ਚੋਂ ਦੇਖਦੀ, ਉਹਨਾਂ ਨੂੰ ਉਤਸ਼ਾਹ ਤਾਂ ਹੈ ਹੀ ਹੈ ਮੋਰਚੇ ਦੇ ਪ੍ਰਤੀ, ਪਰ ਜਿਹੜੇ ਪੰਜਾਬ ਦੇ ਸਾਡੇ ਵੀਰ ਭਰਾ ਕਿਸਾਨ ਵੀ ਨੇ, ਉਹਨਾਂ 'ਚ ਵੀ ਇੰਨਾ ਉਤਸ਼ਾਹ ਹੈ ਕਿ ਦਿਨ ਬ ਦਿਨ ਜਿਹੜਾ ਇੱਥੇ ਇਕੱਠ ਹੈ ਉਹ ਵੱਡਾ ਹੁੰਦਾ ਜਾ ਰਿਹਾ, ਇਕੱਠ ਦਿਨ ਬ ਦਿਨ ਵੱਡਾ ਹੁੰਦਾ ਜਾ ਰਿਹਾ। ਤੇ ਇਹਦੇ 'ਚ ਕੋਈ ਸ਼ੱਕ ਨਹੀਂ, ਇਹ 'ਚ ਕੋਈ ਦੋ ਰਾਏ ਨਹੀਂ ਕਿ ਜਿਹੜੀਆਂ ਸੇਵਾਵਾਂ ਨੇ ਲੰਗਰ ਪ੍ਰਸ਼ਾਦੇ ਦੀਆਂ, ਹੋਰ ਬੁਰਸ਼, ਕੋਲਗੇਟ, ਜਿੰਨੀਆਂ ਵੀ ਵਸਤੂਆਂ ਹੁੰਦੀਆਂ ਨੇ ਰੋਜ਼ਾਨਾ ਵਰਤੋਂ ਦੇ ਵਿੱਚ, ਉਹਨਾਂ ਦੀ ਕੋਈ ਇੱਥੇ ਕਮੀ ਨਹੀਂ ਗੀ। ਪਰ ਜਿਹੜਾ ਰਿਹਾਇਸ਼ੀ ਪ੍ਰਬੰਧ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਸਮਾਂ ਬਹੁਤ ਠੰਡ ਦਾ, ਤੇ ਇਸ ਵਕਤ ਜਿਹੜੀ ਲੋੜ ਹੈ ਉਹ ਠੰਡ ਤੋਂ ਬਚ ਕੇ ਆਪਣੀ ਸਿਹਤ ਦਾ ਖਿਆਲ ਰੱਖ ਕੇ ਅੱਗੇ ਚੱਲਣ ਦੀ, ਕਿਉਂਕਿ ਜੇ ਅਸੀਂ ਤੰਦਰੁਸਤ ਹੋਵਾਂਗੇ, ਸਿਹਤ ਪੱਖੋਂ ਅਸੀਂ ਸਹੀ ਹੋਵਾਂਗੇ, ਤੇ ਬਿਲਕੁਲ ਫਿਰ ਅਸੀਂ ਜਿਹੜਾ ਮੋਰਚਾ ਹੈ ਉਹ ਅੱਗੇ ਵਧਾ ਸਕਦੇ ਹਾਂ। ਤੇ ਜੇ ਅੱਗੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਕਦਮ ਚੁੱਕਣਾ ਪੈਂਦਾ, ਅੱਗੇ ਵਧਣਾ ਪੈਂਦਾ, ਮੋਰਚਾ ਗਾਂਹ ਨੂੰ ਲੈ ਕੇ ਜਾਣਾ ਪੈਂਦਾ, ਕੂਚ ਕਰਨੀ ਪੈਂਦੀ, ਜਿਵੇਂ 26 ਤਰੀਕ ਨੂੰ ਵੀ ਕੂਚ ਕਰਨੀ, ਜੇ ਆਪਾਂ ਕਿਸਾਨ ਭਰਾ ਤੰਦਰੁਸਤ ਹੋਣਗੇ, ਠੰਡ ਤੋਂ ਬਚਣਗੇ, ਚੰਗੀ ਖੁਰਾਕ ਉਹਨਾਂ ਨੂੰ ਮਿਲੇਗੀ, ਤੇ ਮੈਂ ਸਮਝਦਾ ਕਿ ਫਿਰ ਜਿਹੜਾ ਇਹ ਅੰਦੋਲਨ ਹੈ ਉਹ ਹੋਰ ਵੀ ਜ਼ਿਆਦਾ ਸੁਖਾਲਾ ਬਣ ਜਾਏਗਾ। अस्सलामु अलैकुम व रहमतुल्लाह, अस्सलामु अलैकुम व रहमतुल्लाह, अल्हम्दुलिल्लाहि रब्बिल आलमीन, अल्लाहुम्मा सल्लि अला सय्यिदिना मुहम्मदिन व अला आलि सय्यिदिना मुहम्मदिन व बारिक व सल्लम, ला इलाहा इल्ला अंता सुब्हानका inni kuntu minaz zalimin, ربنا آتنا في الدنيا حسنة وفي الآخرة حسنة وقنا عذاب النار या रहम الراحمین या रब العالمین। सारी दुनिया च अमन अमान पैदा फरमा, आप सारी इंसानियत नूं प्यार नाल आपसी मुहब्बत नाल रहन दी तौफीक अता फरमा, सारे मुल्क च भी अमन अमान पैदा फरमा। ਜਿਹੜੇ किसान भरा साडे अज परेशान ने, सड़कों ते रुल रहे ने, खुले आसमान के नीचे कड़ाके की सर्दी च ਇਹਨਾਂ ਦੀ ਮਦਦ ਫਰਮਾ, ਹਰ ਤਰ੍ਹਾਂ ਤੇ ਇਹਨਾਂ ਨੂੰ ਸਹਿਯੋਗ ਫਰਮਾ, ਤੇ ਇਹਨਾਂ ਨੂੰ ਜਿੱਤ ਅਤਾ ਫਰਮਾ, ਇਹਨਾਂ ਨੂੰ ਫਤਿਹ ਨਸੀਬ ਫਰਮਾ, ਤੇ ਕਾਲੇ ਕਾਨੂੰਨ ਨੇ ਅੱਲਾ ਇਹਨਾਂ ਨੂੰ ਵਾਪਸ ਫਰਮਾ, ਔਰ ਸਾਡੇ ਪੂਰੇ ਇਨਸਾਨੀਅਤ 'ਚ ਅਮਨ ਅਮਾਨ ਦੀ ਫਿਜ਼ਾ ਬਣਾ ਦੇ, ਅਸੀਂ ਸਾਰੇ ਇਨਸਾਨ ਦੇ ਪਿਆਰ ਮੁਹੱਬਤ ਨਾਲ ਰਹਿਣ ਵਾਲੇ ਬਣਾ ਦੇ, ਸਾਡੇ ਮੁਹੱਬਤ ਪੈਦਾ ਫਰਮਾ ਦੇ, ਤੇਰੀ ਇਨਸਾਨੀਅਤ ਵਾਸਤੇ ਦੁੱਖ ਦਰਦ ਮਹਿਸੂਸ ਕਰਨ ਵਾਲਾ ਬਣਾ ਦੇ, ਤੇਰੇ ਇਨਸਾਨਾਂ ਦੇ ਕੰਮ ਆਉਣ ਵਾਲਾ ਬਣਾ ਦੇ, ਪੂਰੇ मुल्क के पूरी इंसानियत मुहब्बत पैदा फरमा दे। अल्लाह इन्हां दुआवां नूं अपने रहमत नाल फजल नाल कबूल फरमा। संगत जी, दुनियावी पद्धर ते जिथे हर एक खेतर दा, हर एक धर्म दा, हर एक पेशे दा जिहड़ा इंसान है वो किसानी अंदोलन दे नाल जुड़िया है, ते उत्थे जे आपां धार्मिक पद्धर दी गल करिए ते धार्मिक पद्धर दे उत्ते भी मैं समझदा कि हर एक धर्म दा इंसान है जिहड़ा वो इस मोर्चे दे विच डटिया होया, ते अपने तरीके दे नाल जो भी अपने धर्म दे विधि दे अनुसार जिहड़ा वो फरियाद कर रहा है, अरदास कर रहा कि जिहड़ा ये काले कानून ने इन्हां नूं सरकार वालों वापस लिया जाए, ते जिहड़े किसान ने वो सुखी शांति जिहड़े अपने घर चले जाण। ते अख्तर साहब साडे नाल मौजूद ने अज, डॉक्टर अख्तर जी ते डॉक्टर नसीर अख्तर इन्हां दा नाम है, ते एक मलेरकोटले तो जी, ये मलेरकोटले तो जिन्ने भी वीर तुसीं देख रहे हो ते मलेरकोटले तो इत्थे पहुंचे ने। सो आपां इन्हां नाल गलबात करांगे, ते हुणे ही थोड़ा समा पहला इन्हां ने नमाज भी अदा कीती है, उहदे च भी यही फरियाद कीती है कि ਜਿਹੜੇ ਕਾਲੇ ਕਾਨੂੰਨ ਨੇ ਉਹ ਸਰਕਾਰ ਵੱਲੋਂ ਵਾਪਸ ਲਏ ਜਾਣ, ਤੇ ਬੜੇ ਤੰਦਰੁਸਤੀ ਭਰਿਆ ਸਰੀਰ ਲੈ ਕੇ ਜਿਹੜੇ ਸਾਰੇ ਕਿਸਾਨ ਨੇ ਉਹ ਖੁਸ਼ੀ ਆਪਣੇ ਘਰ ਵਾਪਸ ਪਰਤ ਸਕਣ। ਤੇ ਹੁਣ ਆਪਾਂ ਅਗਲੀ ਗੱਲ ਜਿਹੜੀ ਉਹ ਡਾਕਟਰ ਨਸੀਰ ਅਖਤਰ ਜੀ ਨਾਲ ਕਰਾਂਗੇ। ਸਾਰੀਆਂ ਤਾਰੀਫਾਂ ਉਸ ਰੱਬ ਲਈ ਹਨ ਜਿਹੜਾ ਸਾਰੇ ਜਗ ਦਾ ਸਾਜਨਹਾਰ ਤੇ ਪਾਲਨਹਾਰ ਹੈ। ਉਸ ਇੱਕ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ, ਅਕਾਲ ਪੁਰਖ, ਈਸ਼ਵਰ, ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਇਸਲਾਮੀ ਸਿੱਖਿਆਵਾਂ ਅਨੁਸਾਰ ਸੰਸਾਰ ਦੇ ਸਾਰੇ ਲੋਕ ਭਾਵੇਂ ਉਹ ਕਿਸੇ ਵੀ ਧਰਮ, ਕੌਮ ਜਾਂ ਇਲਾਕੇ ਨਾਲ ਸੰਬੰਧ ਰੱਖਦੇ ਨੇ, ਉਹ ਆਪਸ ਵਿੱਚ ਭਰਾ ਨੇ। ਤੇ ਗੁਰਬਾਣੀ ਵੀ ਇਹੀ ਕਹਿੰਦੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਭਾਤੀ ਅੰਗ 1349 ਤੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਮੈਂ
ਇੱਕ ਉਰਦੂ ਦਾ ਸ਼ੇਰ ਦੱਸਦਾ ਇਹਨਾਂ ਹਾਲਾਤ ਪਰ ਆਪਣੇ ਸ਼ਬਦਾਂ 'ਚ ਪੇਸ਼ ਕਰਦਾ। दर्द दिल के वास्ते पैदा किया इंसान को वरना इबादत के लिए क्या काम न थे फरिश्ते। इंसान ਨੂੰ ਇਸ ਵਾਸਤੇ ਪੈਦਾ ਕੀਤਾ ਗਿਆ ਤਾਂ ਕਿ ਉਹਦੇ ਦਿਲ 'ਚ ਦੂਸਰਿਆਂ ਲਈ ਦਰਦ ਹੋਵੇ, ਉਹਦੇ ਦੁੱਖ ਦਰਦ ਨੂੰ ਸਮਝਦਾ ਹੋਵੇ। ਜੇ ਅਸੀਂ ਪੂਜਾ ਪਾਠ ਦੀ ਗੱਲ ਕਰੀਏ, ਇਬਾਦਤ ਦੀ ਗੱਲ ਕਰੀਏ ਤਾਂ ਰੱਬ ਕੋਲ ਫਰਿਸ਼ਤੇ ਬਹੁਤ ਨੇ। ਇਨਸਾਨ ਦਾ ਮਤਲਬ ਇਹ ਹੈ, ਇਨਸਾਨ ਜਿਹੜਾ ਹੈ ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਅਰਬੀ ਦੇ ਇੱਕ ਹੋਰ ਸ਼ਬਦ ਉਨਸ ਤੋਂ ਬਣਿਆ ਜਿਹਦਾ ਮਤਲਬ ਮੁਹੱਬਤ, ਪ੍ਰੇਮ, ਪਿਆਰ, ਹਮਦਰਦੀ। ਇਸ ਲਈ ਇਨਸਾਨ ਉਹ ਹੈ ਜਿਹਦੇ ਦਿਲ 'ਚ ਦੂਸਰਿਆਂ ਲਈ ਹਮਦਰਦੀ ਹੈ, ਪਿਆਰ ਹੈ, ਮੁਹੱਬਤ ਹੈ, ਪ੍ਰੇਮ ਹੈ। ਜੇ ਉਹਦੇ 'ਚ ਇਹ ਚੀਜ਼ ਨਹੀਂ ਹੈਗੀ, ਖਾਣਾ ਪੀਣਾ, ਬੱਚੇ ਪੈਦਾ ਕਰਨਾ, ਟੱਬਰ ਪਾਲਣਾ ਤੇ ਮਰ ਜਾਣਾ, ਇਹ ਕੰਮ ਤਾਂ ਜਾਨਵਰ ਵੀ ਕਰਦੇ ਨੇ। ਜੇ ਇਨਸਾਨ ਵੀ ਇਹੀ ਕੰਮ ਕਰਦਾ ਫਿਰ ਜਾਨਵਰ ਔਰ ਇਨਸਾਨ 'ਚ ਕੋਈ ਫਰਕ ਨਹੀਂ ਰਹਿੰਦਾ। ਇੱਕ ਕੁੱਤੀ ਸਾਲ 'ਚ 5 ਬੱਚੇ ਪੈਦਾ ਕਰਦੀ ਹੈ, 5 ਸਾਲਾਂ 'ਚ 25 ਬੱਚੇ ਪੈਦਾ ਕਰਕੇ ਪਾਲਦੀ ਹੈ। ਜੇ ਇਨਸਾਨ ਨੇ ਵੀ ਆਪਣੇ 2 ਬੱਚੇ ਪੈਦਾ ਕੀਤੇ 50 ਸਾਲਾਂ 'ਚ ਪਾਲੇ ਤਾਂ ਫਿਰ ਉਹ ਤਾਂ ਕੁੱਤਿਆਂ ਤੋਂ ਵੀ ਗਿਆ ਗੁਜ਼ਰਿਆ ਹੋਗੇ ਨਾ। ਅੱਜ ਸਾਡੇ ਕਿਸਾਨ ਭਰਾ, ਮੈਂ ਅਕਸਰ ਕਹਿੰਦਾ ਨਾ, ਇਹ ਕਿਸਾਨੀ ਅੰਦੋਲਨ ਨਹੀਂ ਹੈ, ਇਹ ਇਨਸਾਨੀ ਅੰਦੋਲਨ ਹੈ। ਕਿਸਾਨਾਂ ਦਾ ਅੰਦੋਲਨ ਨਹੀਂ ਹੈਗਾ। ਉਹ ਸਾਡੇ ਕਿਸਾਨ ਭਰਾ ਜਿਹੜਾ ਆਪਣਾ ਲਹੂ ਪਸੀਨਾ ਇੱਕ ਕਰਕੇ, ਮਿੱਟੀ ਨਾਲ ਮਿੱਟੀ ਹੋ ਕੇ, ਬਿਨਾਂ ਕਿਸੇ ਭੇਦਭਾਵ ਤੋਂ ਸਾਰੇ ਇਨਸਾਨਾਂ ਲਈ ਅਨਾਜ ਪੈਦਾ ਕਰਦੇ ਨੇ। ਅੱਜ ਉਹ ਇਨਸਾਨ ਸੜਕਾਂ ਤੇ ਨੇ, ਖੁੱਲ੍ਹੇ ਅਸਮਾਨ ਦੇ ਨੀਚੇ, ਕੜਾਕੇ ਦੀ ਸਰਦੀ 'ਚ ਸੜਕ ਤੇ ਆਪਣੀਆਂ ਰਾਤਾਂ ਕੱਟਣ ਲਈ ਮਜਬੂਰ ਨੇ। ਤੇ ਸਾਨੂੰ ਇਹ ਸਾਡਾ ਹੱਕ ਬਣਦਾ ਇਨਸਾਨ ਹੋਣ ਦੇ ਨਾਤੇ ਕਿ ਅਸੀਂ ਉਹਨਾਂ ਦੇ ਦੁੱਖ ਦਰਦ 'ਚ ਸ਼ਾਮਲ ਹੋਈਏ, ਉਹਨਾਂ ਨੂੰ ਪੂਰਾ ਸਹਿਯੋਗ ਦਈਏ, ਉਹਨਾਂ ਨਾਲ ਮੋਢਾ ਲਾ ਕੇ ਖੜੇ ਹੋਈਏ। ਔਰ ਅਸੀਂ ਰੱਬ ਕੋਲੇ ਅਕਾਲ ਪੁਰਖ ਅੱਗੇ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਬਹੁਤ ਜਲਦ ਅਸੀਂ ਇਸ ਮਕਸਦ 'ਚ ਕਾਮਯਾਬ ਹੋਈਏ ਤੇ ਖੁਸ਼ੀ ਸਾਰੇ ਲੋਕ ਘਰ ਪਰਤਣ ਤੇ ਸਾਨੂੰ ਜਿੱਤ ਪ੍ਰਾਪਤ ਹੋਵੇ। ਇਸੇ ਕਰਕੇ ਅਸੀਂ ਮਲੇਰਕੋਟਲੇ ਤੋਂ ਆਏ ਹਾਂ। ਸਾਡੇ 17-18 ਬੰਦੇ, ਸਾਡਾ ਸਿੰਘੂ ਬਾਰਡਰ ਤੇ ਵੀ ਪਹਿਲਾਂ ਤਕਰੀਬਨ 40 ਦਿਨ ਤੋਂ ਚੱਲ ਰਿਹਾ ਲੰਗਰ ਚੱਲ ਰਿਹਾ ਤੇ ਉਸ ਤੋਂ ਪਹਿਲਾਂ ਵੀ ਜਦੋਂ ਦਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਅਸੀਂ ਹਰ ਜਗ੍ਹਾ ਲੰਗਰ ਦੀ ਸੇਵਾ ਕਰਦੇ ਰਹੇ, ਚਾਵਲਾਂ ਦੀ। ਤੇ ਇਹਦੇ ਅਸੀਂ ਸੋਚਿਆ ਵੀ ਬੰਦਾ ਭੁੱਖਾ ਤਾਂ ਸੌ ਸਕਦਾ ਲੇਕਿਨ ਠੰਡ ਸੌਣਾ ਬਹੁਤ ਔਖਾ ਹੈ, ਇਸ ਲਈ ਅਸੀਂ ਵਾਟਰਪ੍ਰੂਫ ਟੈਂਟ ਲੈ ਕੇ ਆਏ ਹਾਂ ਔਰ ਜਦੋਂ ਤੱਕ ਇਹ ਕੰਮ ਚੱਲਦਾ ਰਹੂਗਾ ਅਸੀਂ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਾਂਗੇ। ਕੱਲ੍ਹ ਤੋਂ ਸਾਡਾ ਲੰਗਰ ਦਾ ਵੀ ਇੱਥੇ ਸੇਵਾ ਸ਼ੁਰੂ ਹੋ ਜਾਊਗੀ। ਬਾਕੀ ਜਿੰਨੇ ਵੀ ਲੋਕ ਆਉਣ 150-200 ਬੰਦਾ ਇੱਥੇ ਰਹਿ ਸਕਦਾ ਤੇ ਅਸੀਂ ਪੂਰੀ ਸਹਿਯੋਗ ਕਰਾਂਗੇ। ਤੇ ਸਾਡੇ ਅੰਕਲ ਜੀ ਵੀ ਆਏ ਨੇ, ਸਾਨੂੰ ਇਹਨਾਂ ਨੇ ਵੀ ਸਹਿਯੋਗ ਦਿੱਤਾ। ਇਹਨਾਂ ਨੇ ਕਿਹਾ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਊਗੀ ਸਾਨੂੰ ਆਵਾਜ਼ ਮਾਰਿਓ। ਅਸੀਂ ਬਹੁਤ ਇਹਨਾਂ ਦੇ ਵੀ ਧੰਨਵਾਦੀ ਹਾਂ, ਬਹੁਤ ਸ਼ੁਕਰੀਆ। ਜਿੱਥੇ ਡਾਕਟਰ ਅਖਤਰ ਜੀ ਨੇ ਆਪਣੇ ਬੜੇ ਸੋਹਣੇ ਵਿਚਾਰ ਪੇਸ਼ ਕੀਤੇ ਆ ਸੰਗਤਾਂ ਦੇ ਨਾਲ, ਉੱਥੇ ਹੀ ਸੰਗਤ ਏਡ ਦੇ ਜਿਹੜੇ ਟਰਸਟੀ ਨੇ ਉਹ ਵੀ ਇੰਗਲੈਂਡ ਤੋਂ ਭਾਈ ਰਣਧੀਰ ਸਿੰਘ ਜੀ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਆ। ਕਾਫੀ ਦਿਨਾਂ ਤੋਂ ਟੀਮ ਵਰਕ ਜਿਹੜਾ ਇੱਥੇ ਵੱਖ-ਵੱਖ ਬਾਰਡਰਾਂ ਤੇ ਪਹੁੰਚ ਕੇ ਕਰ ਰਿਹਾ, ਚਾਹੇ ਉਹ ਸਿੰਘੂ ਬਾਰਡਰ ਹੋਵੇ, ਚਾਹੇ ਟਿੱਕਰੀ ਬਾਰਡਰ ਹੋਵੇ, ਪਲਵਲ ਬਾਰਡਰ ਹੋਵੇ। ਸੋ ਅੱਜ ਫਿਲਹਾਲ ਇਸ ਸਮੇਂ ਅਸੀਂ ਟਿੱਕਰੀ ਬਾਰਡਰ ਤੇ ਖੜੇ ਹਾਂ ਤੇ ਮੈਂ ਚਾਹਣਾ ਕਿ ਭਾਈ ਰਣਧੀਰ ਸਿੰਘ ਜੀ ਵੀ ਜਿਹੜੇ ਆਪਣੇ ਵਿਚਾਰ ਨੇ ਉਹ ਜ਼ਰੂਰ ਸੰਗਤਾਂ ਨਾਲ ਸਾਂਝੇ ਕਰਨ। ਜੀ ਮੈਂ ਅੱਜ ਤੋਂ 3 ਹਫ਼ਤੇ ਪਹਿਲਾਂ ਸਿੰਘੂ ਬਾਰਡਰ ਤੇ ਮਲੇਰਕੋਟਲੇ ਤੋਂ ਜੋ ਕਿਸਾਨ ਵੀਰਾਂ ਨੇ ਲੰਗਰ ਲਾਇਆ ਸੀ, ਉੱਥੇ ਉਹਨਾਂ ਨਾਲ ਵੀ ਉਹਨਾਂ ਦੇ ਵਿਚਾਰ ਜਾਣੇ ਸੀ। ਤੇ ਅੱਜ ਕੁਦਰਤੀ ਟੈਂਟ ਲਗਾ ਹੀ ਰਹੇ ਸੀ ਹਲੇ, ਤੇ ਮੇਰੇ ਮਨ ਵਿੱਚ ਸੀਗਾ ਵੀ ਮਿਲ ਕੇ ਜਾਣਾ ਹੈ ਵੀ ਮਲੇਰਕੋਟਲੇ ਤੋਂ ਲੱਗਦੇ ਆ ਸਾਰੇ। ਸੋ ਮੈਨੂੰ ਬਹੁਤ ਖੁਸ਼ੀ ਹੋਈ ਕਿ ਉਹਨਾਂ ਉਸੇ ਹੀ ਸੰਸਥਾ ਵੱਲੋਂ ਇੱਥੇ ਵੀ ਕੱਲ੍ਹ ਤੋਂ ਲੰਗਰ ਸ਼ੁਰੂ ਕਰ ਰਹੇ ਨੇ। ਤੇ ਇਸ ਕਿਸਾਨ ਮੋਰਚੇ ਦੀ ਪਹਿਲੇ ਦਿਨ ਤੋਂ ਹੀ ਮਲੇਰਕੋਟਲੇ ਦੇ ਨਾਲ ਸਿੱਖਾਂ ਦੀ ਇੱਕ ਬਹੁਤ ਵੱਡੀ ਸਾਂਝ ਹੈ ਜਿਹੜੀ ਨਾ ਟੁੱਟਣ ਵਾਲੀ ਹੈ, ਜਿਹੜੀ ਕਿ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਆਪਾਂ ਸਾਰੇ ਜਾਣਦੇ ਹਾਂ। ਗੱਲ ਕਰਨੀ ਵੀ ਔਖੀ ਹੋ ਜਾਂਦੀ ਹੈ। ਸੋ ਇਹਨਾਂ ਨੇ ਹਾਂ ਨਾ ਦਾ ਨਾਰਾ ਮਾਰਿਆ ਸੀ ਤੇ ਅੱਜ ਤੱਕ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਇਹਨਾਂ ਦੇ ਨਾਲ ਨੇ। ਹਰ ਸਿੱਖ ਇਹਨਾਂ ਦੇ ਨਾਲ ਸਦਾ ਹੀ ਪਿਆਰ ਨਾਲ 350 ਸਾਲ ਤੋਂ ਇੱਥੇ ਵਸਦੇ ਨੇ। ਪਾਕਿਸਤਾਨ ਵੀ ਬਣਿਆ ਤਾਂ ਵੀ ਮਲੇਰਕੋਟਲਾ ਉਸੇ ਤਰ੍ਹਾਂ ਵਸਿਆ ਰਿਹਾ। ਮੈਂ ਤਾਂ ਕੱਲ੍ਹ ਹੀ ਇਹ ਵਿਚਾਰ ਕਰਦਾ ਸੀ ਕਿ ਜਦ ਦਾ ਦੇਸ਼ ਆਜ਼ਾਦ ਹੋਇਆ ਸਿਆਸਤਦਾਨਾਂ ਨੇ ਧਰਮ ਦੇ ਆਧਾਰ ਤੇ ਇਸ ਦੇਸ਼ ਨੂੰ ਵੰਡਣਾ ਚਾਹਿਆ ਔਰ ਲੜਾਈ ਆਪਣੇ ਉਸ ਦੇ ਵਿੱਚੋਂ ਆਪਣੇ ਲਾਹੇ ਲੈਂਦੇ ਰਹੇ। ਪਰ ਇਹ ਜੋ ਕਿਸਾਨੀ ਅੰਦੋਲਨ ਹੈ ਇਹ ਸਿਰਫ ਕਿਸਾਨਾਂ ਦੇ ਵਾਸਤੇ ਜਿਹੜੀ ਲੜਾਈ ਲੜੀ ਜਾ ਰਹੀ ਉਹ ਤਾਂ ਵੱਖਰੀ ਗੱਲ, ਉਹਦੇ ਵਾਸਤੇ ਤਾਂ ਸਾਰੇ ਆਏ ਹੋਏ ਆ। ਪਰ ਇਹਦੇ ਵਿੱਚੋਂ ਜੋ ਇੱਕ ਸਾਂਝੀ ਵੱਲਤਾ ਨਿਕਲੀ ਹੈ, ਜਿਹੜਾ ਇਹਨਾਂ ਦਾ 70 ਸਾਲ ਦਾ ਕੀਤਾ ਹੋਇਆ ਸੀਗਾ ਕੂੜ ਕਰਮ, ਉਸ ਨੂੰ ਅੱਜ ਕਿਸਾਨਾਂ ਨੇ ਕੂੜੇ ਦੇ ਢੇਰ ਤੇ ਸਿੱਟ ਦਿੱਤਾ ਔਰ ਜੋ ਇਨਸਾਨੀਅਤ ਸੀ ਉਹ ਸਾਰਿਆਂ ਦੇ ਵਿੱਚੋਂ ਉੱਭਰ ਕੇ ਸਾਹਮਣੇ ਆਈ ਹੈ। ਇਸ ਕਿਸਾਨੀ ਮੋਰਚੇ ਦਾ ਇੱਕ ਇਹੋ ਦੇਸ਼ ਨੂੰ ਬਹੁਤ ਹੀ ਵੱਡਾ ਲਾਭ ਹੋਇਆ। ਇਹ ਦੇਸ਼ ਦੀ ਜਿਹੜੀ ਇੱਕ ਨੈਸ਼ਨਲਿਜ਼ਮ, ਇੱਕ ਵਾਰੀ ਮੇਰੇ ਦੋਸਤ ਨੇ ਉਹ VK ਸ੍ਰੀਵਾਸਤਵਾ ਪੰਜਾਬ ਦੇ ਵਿੱਚ ਉਹ ਕਮਿਸ਼ਨਰ ਵੀ ਰਹੇ ਨੇ,
ਫਿਰ ਸੈਕਟਰੀ ਲੈਵਲ ਤੋਂ ਜਲੰਧਰ ਦੇ ਉਹ ਸਭ ਤੋਂ ਵੱਧ ਸਮਾਂ ਕਮਿਸ਼ਨਰ ਰਹੇ ਜਿਨ੍ਹਾਂ ਨੇ NRA ਸਭਾ ਬਣਾਈ ਸੀ। ਤਾਂ ਉਹਨਾਂ ਨਾਲ ਮੇਰੀ ਮਿੱਤਰਤਾ ਹੈ, ਘਰ ਵਿਚਾਰ ਚੱਲਦੀ ਸੀ। ਉਹ ਪੜ੍ਹਦੇ ਬਹੁਤ ਨੇ। ਉਹ ਕਹਿੰਦੇ ਰਣਧੀਰ ਸਿੰਘ ਚਾਈਨਾ ਦੇ ਵਿੱਚ ਇੱਕ ਬਹੁਤ ਵੱਡੀ ਖੂਬੀ ਸੀ ਜਿਹਦੀ ਉਹਨਾਂ ਦੀ ਕਿ ਉਹਨਾਂ ਨੇ ਸਭ ਤੋਂ ਵੱਡਾ ਨੈਸ਼ਨਲਿਜ਼ਮ ਨੂੰ ਉਭਾਰਿਆ ਸੀ। ਸੋ ਇਹ ਜੋ ਕਿਸਾਨੀ ਅੰਦੋਲਨ ਹੈ ਇਸ ਨੇ ਕਿਸਾਨਾਂ ਨੂੰ ਨਹੀਂ, ਮਜ਼ਦੂਰਾਂ ਨੂੰ, ਕਰਮਚਾਰੀਆਂ ਨੂੰ, ਗੱਲ ਕੀ ਹਰ ਇੱਕ ਇਨਸਾਨ ਨੂੰ ਇਕੱਠਿਆਂ ਕਰ ਦਿੱਤਾ। ਤੇ ਹੋ ਸਕਦਾ ਕਿ ਜਿਹੜਾ ਦੇਸ਼ ਦਾ ਭਵਿੱਖ ਹੈ ਫਿਊਚਰ ਵਿੱਚ ਕੋਈ ਇੱਕ ਵੱਖਰਾ ਹੀ ਨਿਕਲੇ ਕਿ ਇਹ ਜੋ ਬਲੈਕਮੇਲਿੰਗ ਗੁੰਮਰਾਹ ਕਰਦੇ ਸਨ ਲੋਕਾਂ ਨੂੰ, ਅੱਗੇ ਤੋਂ ਲੋਕ ਗੁੰਮਰਾਹ ਨਾ ਹੋਣਗੇ। ਕਿਉਂਕਿ ਕਹਿੰਦੇ ਹੁੰਦੇ ਨੇ ਜਾਗਣਾ ਬਹੁਤ ਜ਼ਰੂਰੀ ਸੀ। ਇਹਨਾਂ ਕਿਸਾਨਾਂ ਨੇ ਆਪਣੇ ਹੱਕਾਂ ਦੇ ਨਾਲ ਨਾਲ ਬਾਕੀ ਸਾਰਿਆਂ ਨੂੰ ਇਹ ਜਗਾ ਦਿੱਤਾ ਕਿ ਤੁਹਾਡੇ ਹੋਰ ਹੱਕ ਬਾਕੀ ਦੇ ਵੀ ਕਿੰਨੇ ਮਾਰੇ ਹੋਏ ਨੇ। ਸੋ ਇਹਦੇ ਵਿੱਚੋਂ ਇੱਕ ਇਨਕਲਾਬ ਹੀ ਹੈ ਜੋ ਇੱਕ ਸਾਂਝੀਵਾਲਤਾ ਦੇ ਤੌਰ ਤੇ ਇਹ ਜੋ ਮੋਰਚਾ ਲੜਿਆ ਜਾ ਰਿਹਾ, ਇਸ ਨੂੰ ਹੁਣ ਸਰਕਾਰ ਲੁਕੋ ਨਹੀਂ ਸਕਦੀ। ਉਹਨਾਂ ਨੂੰ ਇਹ ਹੱਕ ਦੇਣੇ ਹੀ ਪੈਣੇ ਆ। ਉਹ ਅੱਜ ਦੇ ਦੇਣ, ਕੱਲ੍ਹ ਨੂੰ ਦੇ ਦੇਣ, 6 ਮਹੀਨੇ ਨੂੰ ਦੇ ਦੇਣ, ਸਾਲ ਨੂੰ ਦੇ ਦੇਣ। ਮੈਂ ਇੱਥੇ ਅੱਜ ਮੇਰਾ ਇਹ ਚੌਥਾ ਵਿਜ਼ਿਟ ਆ ਇੱਥੇ। ਪਹਿਲਾਂ 2 ਦਿਨ ਲਈ ਆਇਆ ਸੀ, ਫਿਰ 5 ਦਿਨ, ਫਿਰ 6 ਦਿਨ, ਹੁਣ ਵੀ ਅੱਜ 2 ਦਿਨ ਹੋ ਗਏ ਆਇਆ ਨੂੰ। ਮੈਂ ਦੇਖ ਰਿਹਾ ਜਿੰਨੀ ਵਾਰੀ ਵੀ ਆਇਆ, ਜੇ ਕੋਈ 5 ਕਿਲੋਮੀਟਰ ਲੰਬਾ ਸੀ ਕਾਫਲਾ ਬੈਠਾ ਤਾਂ ਉਹ ਜਦੋਂ ਦੂਜੇ ਹਫ਼ਤੇ ਆਈਦਾ ਉਹ 6 ਤੋਂ 7 ਹੋ ਜਾਂਦਾ। ਜੇ ਕੋਈ 10 ਸੀ ਉਹ 12 ਹੋ ਜਾਂਦਾ ਸੀ। ਔਰ ਜਿੱਥੇ ਜਿੱਥੇ ਵੀ ਬੈਠੇ ਆ ਮੈਂ ਸਾਰੇ ਇੱਕ ਸੰਗਤ ਟਰਸਟ ਦੇ ਤੌਰ ਤੇ ਕੁਛ ਸੇਵਾਵਾਂ ਦੀ ਹੋ ਰਹੀਆਂ ਨੇ। ਮੈਂ ਤਾਂ ਵੈਸੇ ਆਪਣੇ ਕੰਮ ਹੀ ਆਇਆ ਸੀਗਾ, ਪਰ ਜਦ ਨੂੰ ਫਿਰ ਮੈਂ ਸੋਚਿਆ ਕਿ ਨਹੀਂ, ਇਹ ਸਾਡਾ ਸਭ ਤੋਂ ਪਹਿਲਾਂ ਸਾਡਾ ਇਹ ਫਰਜ਼ ਹੈ ਕਿ ਇੱਕ ਤਾਂ ਨਾ ਵੀ ਕਿਸਾਨ ਹੁੰਦੇ ਤਾਂ ਵੀ ਇੱਕ ਇਨਸਾਨੀ ਤੌਰ ਤੇ, ਕਿਉਂਕਿ ਸੰਗਤ TV ਸੰਗਤ ਟਰਸਟ ਜੋ ਹੈ ਸੰਗਤਾਂ ਦੇ ਤਿਲ ਫੁੱਲ ਦਿੱਤੇ ਹੋਏ ਨਾਲ ਚੱਲਦਾ ਹੈ। ਸੋ ਮੇਰਾ ਇਹ ਫਰਜ਼ ਬਣਦਾ ਸੀ ਕਿ ਮੈਂ ਇੱਥੇ, ਔਰ ਮੇਰੀ ਕੋਸ਼ਿਸ਼ ਰਹੂਗੀ ਕਿ ਜਿੰਨਾ ਵੀ ਮੈਂ ਵੱਧ ਸਮਾਂ ਰਹਿ ਸਕਿਆ ਮੈਂ ਇੱਥੇ ਰਵਾਂਗਾ ਔਰ ਇਸ ਨੂੰ ਸੰਗਤਾਂ ਦੇ ਤੱਕ ਜੋ ਇੱਥੇ ਕਿਸਾਨ ਆਪਣੀ ਲੜਾਈ ਲੜ ਰਹੇ ਆ, ਅਸੀਂ ਆਪਣੇ ਮੀਡੀਆ ਰਾਹੀਂ ਇਸ ਨੂੰ ਦਿਖਾਵਾਂਗੇ। ਕਿਸਾਨਾਂ ਨੇ ਜਿਹੜਾ ਮੀਡੀਆ 10 ਸਾਲ ਤੋਂ ਨਹੀਂ 50 ਸਾਲ ਤੋਂ ਹੀ ਸਰਕਾਰਾਂ ਦੇ ਹੀ ਗੁਣ ਗਾਉਂਦਾ ਸੀ ਔਰ ਵਿੱਚ ਪਰ ਹੁਣ ਤਾਂ 10 ਸਾਲ ਤੋਂ ਬੇੜਾ ਹੀ ਗਰਕ ਗਿਆ ਮੀਡੀਆ ਦਾ। ਜਿਹੜਾ ਮੇਨ ਸਟ੍ਰੀਮ ਮੀਡੀਆ ਸੀ ਉਹਨੂੰ ਵੀ ਫੇਲ ਕਰ ਦਿੱਤਾ ਕਿਸਾਨਾਂ ਨੇ। ਸੋਸ਼ਲ ਮੀਡੀਆ ਇਹ ਪਰਮਾਤਮਾ ਵੱਲੋਂ ਸਾਇੰਸਦਾਨਾਂ ਦੀ ਜੋ ਦੇਣ ਸੀ, ਉਹਨੇ ਇਹਨਾਂ ਦੇ ਮੇਨ ਸਟ੍ਰੀਮ ਨੂੰ ਫੇਲ ਕਰ ਦਿੱਤਾ ਔਰ ਜੋ ਕਿਸਾਨਾਂ ਦੀ ਗੱਲ ਸੀ ਉਸ ਨੂੰ ਘਰ ਘਰ ਤੱਕ ਨਹੀਂ, ਦੇਸ਼ ਤੱਕ, ਹਰ ਮੁਲਕ ਤੱਕ ਪਹੁੰਚਾ ਦਿੱਤਾ ਸੋਸ਼ਲ ਮੀਡੀਆ ਨੇ। ਸੋ ਇਹ ਬਹੁਤ ਵੱਡੀਆਂ ਕਾਮਯਾਬੀਆਂ ਮਿਲ ਰਹੀਆਂ। ਸੋ ਜਿੱਥੇ ਡਾਕਟਰ ਅਖਤਰ ਜੀ ਇਹ ਬਹੁਤ ਵੱਡੇ ਵਿਦਵਾਨ ਨੇ, ਇਹਨਾਂ ਨੇ ਮੈਨੂੰ ਪੈਫਲੇਟ ਵੀ ਦਿੱਤੇ ਆ। ਇਹ ਸਿੱਖ ਮੁਸਲਿਮ ਭਾਈਚਾਰਾ ਮੇਰੇ ਖਿਆਲ ਵਿੱਚ ਹੁਣ ਫਿਊਚਰ ਦੇ ਵਿੱਚ ਜਿਹੜੀ ਆ ਇਹ ਸਲੋਗਨ ਤੁਹਾਨੂੰ ਚੇਂਜ ਕਰਨਾ ਪਏਗਾ। ਸਿੱਖ ਮੁਸਲਮ ਈਸਾਈ, ਸਿੱਖ ਮੁਸਲਮ ਹਿੰਦੂ ਈਸਾਈ ਸਾਰਿਆਂ ਨੂੰ ਤੁਹਾਨੂੰ ਐਡ ਕਰਨਾ ਪਏਗਾ, ਭਾਵੇਂ ਉਹ ਬੋਧੀ ਹੋਵੇ ਜੈਨੀ ਹੋਵੇ। ਹੁਣ ਇਸ ਮੋਰਚੇ ਦੇ ਵਿੱਚ ਇਹ ਇੱਕ ਜਿਹੜਾ ਸਾਰੇ ਹੀ ਧਰਮ, ਉਹ ਧਰਮ ਸਾਰਿਆਂ ਨੇ ਆਪਣਾ ਪਿੱਛੇ ਰੱਖਿਆ, ਇਨਸਾਨੀਅਤ ਨੂੰ ਮੋਹਰੇ ਲੈ ਕੇ। ਇੱਥੇ ਹਰ ਧਰਮ ਦੇ ਈਵਨ ਬੋਧੀ ਇੱਕ ਦਿਨ ਆਏ ਸਨ, ਭਿਕਸ਼ੂ ਕੋਈ 50-60 ਭਿਕਸ਼ੂ ਆਏ ਸਨ ਇੱਥੇ ਇਸ ਮੋਰਚੇ ਦੇ ਵਿੱਚ। ਸੋ ਇਹ ਜੋ ਮੇਰੇ ਖਿਆਲ ਵਿੱਚ ਹੁਣ ਇਨਸਾਨੀਅਤ ਦਾ ਲਹਿਰ ਜਿਹੜਾ ਹੈ ਉਹ ਸਾਰੇ ਦੇਸ਼ ਦੇ ਵਿੱਚ ਚੱਲੇਗਾ। ਔਰ ਜਿਹੜੀਆਂ ਦੰਗੇ ਫਸਾਦ ਧਰਮ ਦੇ ਨਾਂ ਤੇ ਕਰਵਾਏ ਜਾ ਰਹੇ ਸੀ, ਮੇਰੇ ਖਿਆਲ ਵਿੱਚ ਇਹ ਦੇਸ਼ ਨੂੰ ਇੱਕ ਬਹੁਤ ਵੱਡਾ ਸੁੱਖ ਮਹਿਸੂਸ ਹੋਏਗਾ ਫਿਊਚਰ ਦੇ ਵਿੱਚ ਔਰ ਦੇਸ਼ ਤਰੱਕੀ ਵੀ ਕਰੇਗਾ। ਕਿਉਂਕਿ ਸਾਡੀ ਜਿਹੜੇ ਵਿਰੋਧੀ ਨੇ, ਗੁਆਂਢੀ ਮੁਲਕ ਨੇ, ਉਹ ਕਿੰਨੀਆਂ ਤਰੱਕੀਆਂ ਕਰ ਗਏ ਔਰ ਸਾਨੂੰ ਅਗਰ ਸਾਡੇ ਦੇਸ਼ ਦੇ ਵਿੱਚ ਇਹ ਕੋਡ ਨਾ ਹੁੰਦਾ, ਜਿਹੜਾ ਸਾਨੂੰ ਵੰਡਿਆ ਨਾ ਹੁੰਦਾ, ਲੜਾਇਆ ਨਾ ਹੁੰਦਾ, ਇੰਨਾ ਵਧੀਆ ਡੈਮੋਕ੍ਰੇਟਿਕ ਕੰਟਰੀ ਅਸੀਂ ਕਿਤੇ ਦੇ ਕਿਤੇ ਜਾ ਸਕਦੇ ਸੀ। ਕਿਉਂਕਿ ਪੋਲੀਟੀਸ਼ੀਅਨ 5 ਸਾਲ ਇਹੋ ਹੀ ਕੰਮ ਕਰਦੇ ਰਹਿੰਦੇ ਕਿ ਅਗਲੇ 5 ਸਾਲ ਕਿੱਦਾਂ ਇਹਨਾਂ ਨੂੰ ਬੇਵਕੂਫ ਬਣਾਉਣਾ, ਦੇਸ਼ ਦੀ ਤਰੱਕੀ ਬਾਰੇ ਤਾਂ ਸੋਚਦੇ ਹੀ ਨਹੀਂ। ਉਹ ਤਾਂ ਇਹੋ ਹੀ 5 ਸਾਲ ਸੋਚਦੇ ਰਹਿੰਦੇ ਆ ਵੀ ਕਿਸ ਤਰ੍ਹਾਂ ਕਿੱਦਾਂ ਦਾ ਪੁੱਠੇ ਤੋਂ ਪੁੱਠਾ ਵੀ ਕੰਮ ਕਰਕੇ ਇਹਨਾਂ ਲੋਕਾਂ ਨੂੰ ਵਰਗਲਾਇਆ ਜਾਵੇ, ਵੰਡਿਆ ਜਾਵੇ ਅਗਲੇ 5 ਸਾਲਾਂ ਦੀਆਂ ਵੋਟਾਂ ਲਈ। ਪਰ ਇਹ ਜਾਗ ਚੁੱਕਾ ਹੈ ਦੇਸ਼। ਇਹਦੇ ਵਿੱਚ ਇਹ ਜਿਹੜੇ ਅਗਲੇ ਇਹਨਾਂ ਦੇ ਨਵੇਂ ਫਾਰਮੂਲੇ ਇਸ ਕਿਸਾਨੀ ਮੋਰਚੇ ਤੋਂ ਬਾਅਦ ਇਸ ਜਾਗਰਤ ਨੇ ਨਹੀਂ ਉੱਠਣ ਦੇਣੇ। ਬਹੁਤ ਹੀ ਫਾਇਦਾ ਹੋਏਗਾ ਦੇਸ਼ ਦੀ ਤਰੱਕੀ ਵਾਸਤੇ। ਮੈਂ ਇਹੋ ਕਹਾਂਗਾ
ਕਿ ਇੱਥੇ ਇਹ ਜਿੰਨੀ ਇਹ ਦੇਰੀ ਸਰਕਾਰ ਕਰ ਰਹੀ ਹੈ ਮਿਲਣ ਵਾਸਤੇ, ਇਹ ਪ੍ਰਮਾਤਮਾ ਹੀ ਕਰਵਾ ਰਿਹਾ ਇਹਨਾਂ ਤੋਂ, ਕਿ ਜੇ ਕੋਈ ਰਹਿੰਦਾ ਵੀ ਸੁੱਤਾ ਵੀ ਆ ਉਹ ਵੀ ਜਾਗ ਜਾਵੇ। ਇਹ ਦੇਸ਼ ਦਾ ਭਲਾ ਹੋਣਾ ਇਹਦੇ ਵਿੱਚ, ਇਹ ਦਲੇਰ ਜਿਹੜੀ ਹੈ ਉਹ ਦੇਸ਼ ਦੇ ਭਲੇ ਵਾਸਤੇ ਹੀ ਆ। ਸੋ ਮੈਂ ਇੰਨਾ ਹੀ ਕਹਿੰਦਾ, ਪ੍ਰਮਾਤਮਾ ਅੱਗੇ ਇਹੋ ਹੀ ਅਰਦਾਸ ਕਰਦੇ ਆ ਕਿ ਕਿਸਾਨਾਂ ਨੂੰ ਇਹਨਾਂ ਦੇ ਹੱਕ ਮਿਲਣ, ਔਰ ਇਹੋ ਸਿਆਸਤਦਾਨਾਂ ਨੂੰ ਇਹਨਾਂ ਦੀ ਮੂੰਹ ਦੀ ਖਾਣੀ ਪਵੇ ਤੇ ਅੱਗੇ ਤੋਂ ਇਹਨਾਂ ਨੂੰ ਅਕਲ ਆ ਜਾਵੇ, ਇਹ ਲੋਕਾਂ ਦੇ ਹੱਕਾਂ ਲਈ ਕੁਝ ਕਰਨ, ਨਾ ਕਿ ਆਪਣੇ ਘਰ ਭਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਜੀ। ਅੱਜ ਪੂਰੇ ਟੈਂਟ ਇੱਥੇ ਵੀ ਲਾ ਰਹੇ ਨੇ। ਅੱਜ ਇੱਕ ਫੁੱਲ ਵੱਡਾ 100-150 ਬੰਦੇ ਦਾ ਟੈਂਟ ਲਾਤਾ ਜੀ ਇਹਨਾਂ ਨੇ ਵਾਟਰਪ੍ਰੂਫ। ਕੱਲ ਨੂੰ ਇਹ ਕਹਿੰਦੇ ਹੋਰ ਵੀ ਜਿੱਥੇ ਲੋੜ ਆ ਉੱਥੇ ਆਪਾਂ ਹੋਰ ਲਾਵਾਂਗੇ ਜੀ। ਧੰਨਵਾਦ ਕਰਦੇ ਜੀ ਇਹਨਾਂ ਦਾ ਤਹਿ ਦਿਲੋਂ ਜੀ। ਮੋਦੀ ਸਾਹਿਬ ਨੂੰ ਸਾਡਾ ਇਹ ਮੈਸੇਜ ਆ ਜੀ, 26 ਤਰੀਕ ਤੱਕ ਜ਼ਰੂਰ ਹੱਲ ਕਰੋ ਜੀ। ਬਹੁਤ ਜ਼ਿਆਦਾ ਠੰਡ ਆ ਜੀ, ਨਹੀਂ ਤੇ ਕਿਸਾਨ ਬਿਲਕੁਲ ਅੰਦਰ ਜਾਏਗਾ ਜੀ। ਕਿਸਾਨ ਨੂੰ ਦਿੱਲੀ ਵੱਲ ਨੂੰ ਕੂਚ ਜ਼ਰੂਰ ਕਰਨਾ ਪਊਗਾ ਜੀ, ਕਿਉਂਕਿ 2 ਮਹੀਨੇ ਹੋ ਜਾਣੇ ਆ ਜੀ 26 ਤਰੀਕ ਨੂੰ। ਤੇ ਸਾਡਾ ਮੋਦੀ ਸਾਹਿਬ ਤੱਕ ਇਹ ਜ਼ਰੂਰ ਮੈਸੇਜ ਜਾਣਾ ਚਾਹੀਦਾ ਹੈ ਜੀ ਕਿ ਕਿਸਾਨਾਂ ਬਾਰੇ ਕੋਈ ਸੋਚੋ, ਕਿਸਾਨਾਂ ਨੂੰ ਦੇਖੋ ਤਾਂ ਸਹੀ ਉਹ ਕਿਹੜੀ ਹਾਲਤ ਵਿੱਚ ਬੈਠੇ ਨੇ। ਜੇ ਕਿ ਤੁਸੀਂ ਕੋਠੀ ਦੇ ਵਿੱਚ ਬੈਠੇ ਹੋ ਤਾਂ ਬਾਹਰ ਨਿਕਲ ਕੇ ਕਮ ਸੇ ਕਮ ਇਹ ਤਾਂ ਵੇਖੋ ਕਿ ਠੰਡ ਕਿੰਨੀ ਕਾ। ਬਾਹਰ ਗੇੜਾ ਮਾਰੋ, ਬਾਹਰ ਨਿਕਲ ਕੇ ਵੇਖੋ। ਇੱਕ ਰਾਤ ਤੰਬੂ ਦੇ ਵਿੱਚ ਤੁਸੀਂ ਵੀ ਸੌਂ ਕੇ ਦੇਖੋ। ਨਿੱਕੇ ਨਿੱਕੇ ਬੱਚਿਆਂ ਨੂੰ ਘਰੇ ਛੱਡ ਕੇ ਆਏ ਆ ਜੀ। ਕੋਈ ਕੱਪੜਾ ਵੀ, ਹੁਣ ਤਾਂ 10 ਦਿਨ ਹੋ ਗਏ ਜੀ ਧੁੱਪ ਵੀ ਨਹੀਂ ਨਿਕਲੀ, ਕੱਪੜੇ ਕਿੱਥੇ ਸੁਕਾਉਣੇ ਆ ਜੀ, ਕੀ ਕਰਨਾ। ਬਾਰਿਸ਼ਾਂ ਦੇ ਵਿੱਚ ਬੈਠੇ ਆ। ਉਹ ਤੇ ਇਹੋ ਜਿਹੇ ਵੀਰਾਂ ਦਾ ਸਹਿਯੋਗ ਆ ਜੀ ਸਾਨੂੰ, ਜਿਹੜੇ ਇੱਥੇ ਵਾਟਰਪ੍ਰੂਫ ਟੈਂਟ ਲਾ ਕੇ ਦੇ ਰਹੇ ਨੇ ਜੀ। ਠੀਕ ਹੈ ਜੀ, ਧੰਨਵਾਦ ਜੀ ਇਹਨਾਂ ਦਾ ਬਹੁਤ ਬਹੁਤ। ਵਾਹਿਗੁਰੂ ਧੰਨਵਾਦ ਸ਼ਾਬਾਸ਼। ਸੰਗਤ ਜੀ, ਟਿਕਰੀ ਬਾਰਡਰ ਤੇ ਇਸ ਸਮੇਂ ਖੜੇ ਆ ਤੇ ਮੋਗੇ ਜ਼ਿਲ੍ਹੇ ਤੋਂ ਇੱਥੇ ਤੁਸੀਂ ਦੇਖ ਸਕਦੇ ਹੋ ਭੈਣਾਂ ਪਹੁੰਚੀਆਂ ਨੇ, ਇੱਕ ਟੀਮ ਪਹੁੰਚੀ ਹੈ ਪੂਰੀ। ਆਪਾਂ ਜਾਣਦੇ ਆ ਕਿ ਕੀ ਉਹਨਾਂ ਦਾ ਟਾਰਗੇਟ ਹੈ, ਕਿ ਕਾਹਦੇ ਵਾਸਤੇ ਇੱਥੇ ਪਹੁੰਚੇ ਆ ਤੇ ਕਿਹੜੇ ਅਦਾਰੇ ਵੱਲੋਂ ਇੱਥੇ ਆਏ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਕਿਰਪਾ ਕਰਕੇ ਦੱਸੋ ਤੁਸੀਂ ਕਿਹੜੇ ਅਦਾਰੇ ਵੱਲੋਂ ਇੱਥੇ ਪਹੁੰਚੇ ਹੋ ਤੇ ਕੀ ਸੇਵਾਵਾਂ ਤੁਸੀਂ ਨਿਭਾ ਰਹੇ ਹੋ ਤੇ ਕਦੋਂ ਤੋਂ ਇੱਥੇ ਤੁਸੀਂ ਪਹੁੰਚੇ ਹੋਏ ਮੋਰਚੇ? ਮੈਂ ਕੋਕਰੀ ਕਲਾਂ ਦੀ ਹਾਂ ਤੇ ਮੇਰੇ ਮਤਲਬ ਪਾਪਾ ਤੇ ਮੇਰੇ ਦਾਦਾ ਜੀ ਇਹ ਲੰਗਰ ਕੋਕਰੀ ਕਲਾਂ ਇੱਥੇ ਚੱਲ ਰਿਹਾ ਪੈਟਰੋਲ ਪੰਪ ਤੇ ਕਾਫੀ ਦਿਨਾਂ ਤੋਂ, ਤੇ ਉਹ ਸੰਘਰਸ਼ ਡਟੇ ਹੋਏ ਨੇ। ਤੇ ਮੈਂ ਇੱਕ ਕੁੜੀ ਹੋਣ ਦੇ ਨਾਤੇ ਮੈਨੂੰ ਇਹ ਸੀਗਾ ਕਿ ਘਰ 'ਚ ਕਿਉਂ ਬੈਠੀ ਹਾਂ, ਔਰ ਜੇ ਮੇਰੇ ਘਰ ਦੇ ਮੈਨੂੰ ਪੁੱਤਾਂ ਵਾਂਗੂ ਸਮਝਦੇ ਨੇ ਤੇ ਮੈਂ ਵੀ ਪੁੱਤ ਬਣ ਕੇ ਇੱਥੇ ਆਵਾਂ ਤੇ ਮੈਂ ਉਹਨਾਂ ਦੇ ਨਾਲ ਮੋਢੇ ਜੋੜ ਕੇ ਖੜਾ, ਤਾਂ ਇਸ ਕਰਕੇ ਮੈਂ ਇੱਥੇ ਆਈ ਹੋਈ ਹਾਂ। ਪਰ ਸਵਾਲ ਇਹ ਵੀ ਹੈ ਕਿ ਕਿਹੜੇ ਅਦਾਰੇ ਵੱਲੋਂ ਤੁਸੀਂ ਇੱਥੇ ਪਹੁੰਚੇ ਹੋ? ਜਿਵੇਂ ਨਰਸਿੰਗ ਸਟਾਫ ਮੈਂ ਸੁਣ ਰਿਹਾ, ਉਹਦੇ ਬਾਰੇ ਆਪਣੀ ਜਿਹੜੀ ਤੁਹਾਡੀ ਸੰਸਥਾ ਹੈ ਉਹਦੇ ਬਾਰੇ ਮੈਂ ਚਾਹੁੰਦਾ ਕਿ ਦਰਸ਼ਕਾਂ ਨੂੰ ਥੋੜਾ ਦੱਸੋ। ਮੈਂ ਇੱਕ ਸਟੂਡੈਂਟ ਹਾਂ, ਫਾਰਮੇਸੀ ਕਰ ਰਹੀ ਹਾਂ। ਹਾਂਜੀ, ਤੇ ਇਹ ਸਾਰਾ ਸਟਾਫ ਹੈ ਮਤਲਬ ਮੈਡੀਕਲ ਦਾ, ਗਵਰਨਮੈਂਟ ਜੌਬ ਕਰਦੇ ਨੇ ਸਾਰੇ ਸਿਵਲ ਹਸਪੀਟਲ ਦੇ ਵਿੱਚ, ਤੇ ਛੁੱਟੀਆਂ ਲੈ ਕੇ ਇੱਥੇ ਆਏ ਹੋਏ ਨੇ। ਹਾਂਜੀ, ਇੱਥੇ ਮੈਡੀਕਲ ਕੈਂਪ ਇੱਥੇ ਲਗਾਇਆ? ਹਾਂਜੀ, ਇੱਥੇ ਮੈਡੀਕਲ ਨੇ ਤੇ ਮੇਰੇ ਦਾਦਾ ਜੀ ਵੈਸੇ ਬੈਠਦੇ ਹੁੰਦੇ ਇੱਥੇ, ਤੇ ਅੱਜ ਮੈਂ ਉਹਨਾਂ ਨਾਲ ਬੈਠੀ ਸੀਗੀ ਜਹਾਂ ਜੋ ਵੀ ਉਹਨਾਂ ਨੂੰ ਮੈਡੀਸਨ ਦੇ ਬਾਰੇ ਦੱਸ ਰਹੀ ਸੀ ਵੀ ਆਹ ਮੈਡੀਸਨ ਆ ਵੀ ਉਹਨਾਂ ਨੂੰ ਦੱਸ ਰਹੀ ਸੀ ਵੀ ਆਹ ਮਤਲਬ ਬਿਮਾਰੀ ਦੀ ਮੈਡੀਸਨ ਆ, ਤੇ ਉਹਨੂੰ ਹੈਲਪ ਕਰ ਰਹੀ ਸੀਗੀ। ਹਾਂਜੀ, ਕੱਲ ਇਹ ਆ ਨਾ ਕਿ ਆਪਣੇ ਮੇਰੇ ਦਾਦਾ ਜੀ ਨੇ ਉਹ ਕੌਨਸ਼ੀਅਸ ਸੀਗੇ ਇਸ ਲਈ ਕਿ ਅਸੀਂ ਕੁੜੀਆਂ ਇੱਥੇ ਕਿੱਦਾਂ ਰਵਾਂਗੀਆਂ। ਸਾਨੂੰ ਉਹਨਾਂ ਹੋਟਲ 'ਚ ਅਸੀਂ ਰਹੇ, ਉੱਥੇ ਮਤਲਬ ਕਮਰਾ ਲੈ ਕੇ ਦਿੱਤਾ ਸਾਨੂੰ ਉੱਥੇ, ਤੇ ਅੱਜ ਤੁਸੀਂ ਇੱਥੇ ਟੈਂਟ ਲਗਾ ਰਹੇ ਹੋ ਤੇ ਅਸੀਂ ਬਹੁਤ ਖੁਸ਼ ਹਾਂ। ਤੇ ਅਸੀਂ ਅੱਜ ਇੱਥੇ ਰਹਿਣ ਦੀ ਪਲੈਨਿੰਗ ਕਰ ਰਹੇ ਹਾਂ, ਹੋਟਲ 'ਚ ਨਹੀਂ ਇੱਥੇ ਰਹੀਏ, ਕਿਉਂਕਿ ਇਹ ਬਹੁਤ ਅਜੀਬ ਲੱਗ ਰਿਹਾ ਹੈ। ਕਿਉਂਕਿ ਅਸੀਂ ਇੱਥੇ ਕਿਸਾਨਾਂ ਦੀ ਫੀਲਿੰਗ ਜਾਣਨ ਲਈ ਇੱਥੇ ਆਏ ਆ ਕਿ ਉਹ ਕਿੱਦਾਂ ਇੱਥੇ ਰਾਤ ਨੂੰ ਰਹਿ ਰਹੇ ਆ। ਠੀਕ ਆ, ਤੇ ਇੱਕ ਸੇਫਟੀ ਦਾ ਖਾਤਰ ਸੀਗਾ ਵੀ ਠੰਡ ਆ ਹਨਾ, ਤੇ ਬਹੁਤ ਵਧੀਆ ਫੀਲਿੰਗ ਆ ਰਹੀ ਹੈ ਕਿ ਤੁਸੀਂ ਇੰਨਾ ਵਧੀਆ ਪ੍ਰਬੰਧ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਨਾ ਕਿ ਤੁਸੀਂ ਇੰਨੇ ਸਾਨੂੰ ਸਹੂਲਤਾਂ ਦਿੱਤੀਆਂ। ਠੀਕ ਆ, ਬਟ ਕੋਈ ਨਾ, ਜੇ ਉਹ ਸਹਿਣ ਕਰ ਸਕਦੇ ਅਸੀਂ ਵੀ ਕਰ ਸਕਦੇ ਹਾਂ, ਕੋਈ ਗੱਲ ਨਹੀਂ। ਜੇ ਇੰਨੀ ਵੱਡੀ ਮੁਸ਼ਕਿਲਾਂ ਸਾਡੇ ਕਿਸਾਨਾਂ ਤੇ ਆਈਆਂ ਹੋਈਆਂ ਨੇ ਤੇ ਇਹਦੇ ਤੋਂ ਕੋਈ ਵੀ ਨਹੀਂ, ਬਹੁਤ ਛੋਟੀਆਂ ਨੇ। ਸੰਗਤ ਜੀ, ਆਪਾਂ ਦੇਖ ਸਕਦੇ ਹਾਂ ਕਿੰਨੀਆਂ ਸਾਡੀਆਂ ਭੈਣਾਂ ਨੇ ਜਿਹੜੀਆਂ ਸਟਾਫ ਸਾਰਾ ਇੱਥੇ ਖੜਾ ਹੋਇਆ ਹੈ, ਤੇ ਅਸੀਂ ਸਮਝ ਸਕਦੇ ਹਾਂ ਕਿ ਅਸੀਂ ਜਿੱਤ ਦੇ ਬਹੁਤ ਨੇੜੇ ਪਹੁੰਚਦੇ ਜਾਂਦੇ ਹਾਂ, ਕਿਉਂਕਿ ਜਿਹੜਾ ਜਜ਼ਬਾ ਹੈ ਉਹ ਸਾਡਾ ਦਿਨੋਂ ਦਿਨ ਮਜ਼ਬੂਤ ਹੁੰਦਾ ਜਾ ਰਿਹਾ। ਹੋਰ ਵੀ ਇੱਥੇ ਨਾਲ ਹੋਰ ਵੀ ਇੱਕ ਸਾਡੇ ਵੀਰ ਨੇ ਇਹਨਾਂ ਦੇ ਟੀਮ ਦੇ ਨਾਲ ਹੀ ਨੇ, ਉਹ ਵੀ ਮੌਜੂਦ ਨੇ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਸੋ ਤੁਸੀਂ ਸਿਹਤ ਸੰਬੰਧੀ ਇੱਥੇ ਸੇਵਾਵਾਂ ਦੇ ਰਹੇ ਹੋ,
ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਪਹੁੰਚੇ ਹੋਏ ਹੋ? 2 ਦਿਨ ਤੋਂ ਪਹੁੰਚੇ ਹੋਏ ਜੀ 2 ਦਿਨ ਤੋਂ। ਤੇ ਤੁਹਾਨੂੰ ਕੀ ਲੱਗਦਾ ਕਿ ਕੋਈ ਬਜ਼ੁਰਗ ਜਿਹੜੇ ਇੱਥੇ ਨੇ ਮੋਸਟਲੀ ਕਾਫੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ, ਉਹਨਾਂ ਨੂੰ ਕੋਈ ਸਿਹਤ ਸੰਬੰਧੀ ਤੁਹਾਨੂੰ ਲੱਗਦਾ ਵੀ ਖਾਸ ਸਮੱਸਿਆਵਾਂ ਉਹਨਾਂ ਨੂੰ ਆ ਰਹੀਆਂ ਨੇ ਜਾਂ ਨਾਰਮਲ ਚੱਲ ਰਿਹਾ? ਕੀ ਤੁਹਾਡਾ 2 ਦਿਨ ਦਾ ਕੀ ਤੁਹਾਡਾ ਐਕਸਪੀਰੀਅੰਸ ਹੈ? ਨਹੀਂ ਖਾਸ ਇਹ ਸਮੱਸਿਆ ਆ ਰਹੀਆਂ ਕਿਉਂਕਿ ਸਾਡੇ ਪਹਿਲਾਂ ਹੀ ਜਿਹੜੇ ਬਜ਼ੁਰਗ ਆ ਬਹੁਤ ਪਾਵਰਫੁਲ ਬਜ਼ੁਰਗ ਆ, ਉਹਨਾਂ ਦੀ ਇਮਿਊਨਿਟੀ ਬਹੁਤ ਤੇਜ਼ ਹੈ, ਪਾਵਰਫੁਲ ਆ, ਉਹਨਾਂ ਨੂੰ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ। ਠੰਡ ਤਾਂ ਉੱਥੇ ਹੀ ਬਹੁਤ ਆ, ਠੰਡ ਇੱਥੇ ਹੀ ਬਹੁਤ ਆ, ਪਰ ਉਹ ਪਰਵਾਹ ਨਹੀਂ ਕਰਦੇ ਇਸ ਗੱਲ ਦੀ। ਬਹੁਤ ਵਧੀਆ ਵਾ, ਸਾਨੂੰ ਬਹੁਤ ਚੰਗਾ ਲੱਗਿਆ ਇੱਥੇ ਆ ਕਿ ਤੇ ਉਹ ਵਧੀਆ ਗੁੱਡ ਵੈਲਨੈਸ ਹੈਲਥ ਆ, ਤੇ ਉਹਨਾਂ ਨੂੰ ਜੋ ਵੀ ਪ੍ਰੋਵਾਈਡ ਦਵਾਈਆਂ ਵਾ ਹੈਗੀਆਂ ਖੰਘ ਜ਼ੁਕਾਮ ਦੀਆਂ ਜਾਂ ਛਾਤੀ ਦੀਆਂ ਜੋ ਵੀ ਆ ਉਹ ਇੱਥੇ ਪ੍ਰੋਵਾਈਡ ਹੋ ਰਹੀਆਂ। ਸੋ ਸੰਗਤ ਏਡ ਟਰਸਟ ਦੇ ਨਾਲ ਜਿੰਨੀਆਂ ਵੀ ਸੰਗਤਾਂ ਜੁੜੀਆਂ ਨੇ ਅਸੀਂ ਬਹੁਤ ਵਧਾਈ ਦੇਣਾ ਚਾਹਾਂਗੇ ਕਿ ਇੱਕ ਹੋਟਲ ਨੂੰ ਛੱਡ ਕੇ ਆਰਾਮਦਾਇਕ ਜਿਹੜਾ ਇੱਕ ਜ਼ੋਨ ਹੈ ਉਹ ਤੋਂ ਬਾਹਰ ਆ ਕੇ ਤੇ ਤੰਬੂ ਦੇ ਵਿੱਚ ਰਹਿਣ ਲਈ, ਇੱਕ ਟੈਂਟ ਦੇ ਵਿੱਚ ਰਹਿਣ ਲਈ ਬਹੁਤ ਹੀ ਉਤਸੁਕ ਨੇ ਜਿਹੜੀ ਟੀਮ ਪਹੁੰਚੀ ਹੈ ਮੋਗਾ ਤੋਂ। ਤੇ ਬਹੁਤ ਬਹੁਤ ਧੰਨਵਾਦ ਕਰਾਂਗੇ ਅਸੀਂ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੁਝ ਪੋਸੀਬਲ ਹੋ ਰਿਹਾ। ਤੇ ਇਹ ਜਿੰਨੇ ਵੀ ਟੈਂਟ ਨੇ ਉਹ ਸਾਰੇ ਜਿੰਨੀਆਂ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਵੰਡੇ ਜਾ ਰਹੇ ਨੇ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਬੜੇ ਹਸਬੰਡ ਨੇ ਉਹ ਵੀ ਇੱਕ ਫਾਰਮਰ ਨੇ ਤੇ ਸ਼ੁਰੂ ਤੋਂ ਮੇਰੇ ਪਾਪਾ ਵੀ ਖੇਤੀ ਕਰਦੇ ਸੀਗੇ, ਮੇਰੇ ਇਨ-ਲਾਜ਼ ਵੀ ਸਾਰੇ ਖੇਤੀ ਕਰਦੇ ਨੇ। ਤੇ ਇਹ ਜਦੋਂ ਸੰਘਰਸ਼ ਸ਼ੁਰੂ ਹੋਇਆ 26 ਤਰੀਕ ਤੋਂ ਸਾਡੇ ਕੁੱਕਰੀ ਦੀ ਹੈਗੀ ਨੇ ਸਾਰੀ ਜੂਨੀਅਰ ਇੱਥੇ ਪਹੁੰਚੀ ਹੋਈ ਹੈ, ਉਹਨਾਂ ਨੇ ਇੱਥੇ ਲੰਗਰ ਵਗੈਰਾ ਲਗਾਏ ਹੋਏ ਨੇ ਉਦੋਂ ਦੇ। ਤੇ ਅਸੀਂ ਘਰ ਸੀ, ਅਸੀਂ ਐਕਸਾਈਟਡ ਸੀਗੇ ਪੂਰੇ, ਸਾਡਾ ਵੀ ਮਨ ਸੀ ਉੱਥੇ ਜਾਈਏ, ਪਰ ਅਸੀਂ ਇਹਦੀ ਡਿਊਟੀ ਛੱਡ ਕੇ ਨਹੀਂ ਸੀ ਆ ਸਕਦੇ। ਪਰ ਅਸੀਂ ਹੁਣ 2 ਦਿਨ ਤੋਂ ਇੱਥੇ ਪਹੁੰਚੇ ਹੋਏ ਆ, ਸਾਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ, ਅਸੀਂ ਬਹੁਤ ਖੁਸ਼ ਹਾਂ ਇੱਥੇ। ਸਾਨੂੰ ਮਤਲਬ ਡਿਊਟੀ ਲਈ ਪ੍ਰੈਸ਼ਰ ਪਾਇਆ ਜਾਂਦਾ ਸੀ, ਤੁਹਾਡੀ ਆਹ ਡਿਊਟੀ ਲੱਗੀ ਹੋਈ, ਤੁਹਾਡੀ ਆਹ ਡਿਊਟੀ ਲੱਗੀ ਹੈ, ਪਰ ਅਸੀਂ ਨਹੀਂ, ਅਸੀਂ ਜਾਣਾ ਹੀ ਜਾਣਾ, ਕੁਛ ਮਰਜ਼ੀ ਹੋ ਜਾਵੇ। ਡਿਊਟੀ ਸਭ ਤੋਂ ਬਾਅਦ ਵਿੱਚ ਹੈ, ਸਭ ਤੋਂ ਪਹਿਲਾਂ ਸਾਡੇ ਲਈ ਕਿਸਾਨੀ ਹੈ, ਕਿਉਂਕਿ ਸਾਡੇ ਬਜ਼ੁਰਗਾਂ ਤੋਂ, ਦਾਦਿਆਂ ਤੋਂ, ਪਿਓਾਂ ਤੋਂ ਸਾਰੇ ਕਿਸਾਨੀ ਕਰ ਰਹੇ ਆ। ਅਸੀਂ ਅੱਜ ਜੋ ਵੀ ਹੈਗੇ ਆ ਉਹ ਇੱਕ ਕਿਸਾਨੀ ਕਰਕੇ ਆ। ਸਾਨੂੰ ਸਰਕਾਰਾਂ ਤੋਂ ਨਾ ਪਹਿਲਾਂ ਉਮੀਦ ਸੀਗੀ, ਨਾ ਸਾਨੂੰ ਅੱਜ ਉਮੀਦ ਆ। ਕੋਈ ਗੱਲ ਨਹੀਂ, ਜੌਬ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਕੋਈ ਗੱਲ ਨਹੀਂ। ਇਹ ਸੰਘਰਸ਼ 'ਚ ਆਉਣਾ ਸੀਗਾ, ਧਾਰਿਆ ਸੀਗਾ, ਬਸ ਕੁਝ ਮਜਬੂਰੀਆਂ ਸੀ ਜਿਹੜੀਆਂ ਉਹ ਰੋਕੀ ਜਾ ਰਹੀਆਂ ਸੀਗੀਆਂ, ਪਰ ਉਹ ਹੁਣ ਸਾਰੀਆਂ ਖਤਮ ਹੋ ਗਈਆਂ। ਅਸੀਂ ਕੱਲ ਪਰਸੋਂ ਤੋਂ ਆਏ ਹੋਏ ਆ, ਬਹੁਤ ਵਧੀਆ ਲੱਗ ਰਿਹਾ ਕਿ ਜਦੋਂ ਆਉਂਦੇ ਸੀ ਤਾਂ ਲੱਗਦਾ ਸੀਗਾ ਕਿ ਉੱਥੇ ਜਾ ਕੇ ਪਤਾ ਨਹੀਂ ਕਿਹੜੀਆਂ ਪ੍ਰੋਬਲਮਸ ਆਉਣਗੀਆਂ, ਕੀ ਮਾਹੌਲ ਹੋਊਗਾ। ਇੱਕ ਉਹ ਮਨ ਦੇ ਵਿੱਚ ਸੀਗਾ ਥੋੜਾ ਡਰ, ਪਰ ਜਦੋਂ ਦੇ ਅਸੀਂ ਇੱਥੇ ਆਏ ਆ ਸਾਡੇ ਮਨ ਦੇ ਵਿੱਚ ਕੋਈ ਡਰ ਨਹੀਂ। ਮਤਲਬ ਜਿੱਧਰ ਵੀ ਜਾਂਦੇ ਆ ਬੜਾ ਪਿਆਰ ਮਿਲ ਰਿਹਾ, ਬੜੀ ਮਤਲਬ ਲੱਗ ਹੀ ਨਹੀਂ ਰਿਹਾ ਕਿ ਇਹ ਉਹੀ ਮਤਲਬ ਪੰਜਾਬ ਦੇ ਲੋਕ ਸੀਗੇ ਜਾਂ ਬੜਾ ਪਰਿਵਾਰਕ ਜਿਹਾ ਮਾਹੌਲ ਆ, ਬਹੁਤ ਵਧੀਆ ਲੱਗ ਰਿਹਾ ਇੱਥੇ। ਰਾਤ ਚਲੋ ਕੁਝ ਮਜਬੂਰੀਆਂ ਸੀਗੀਆਂ ਹੁੰਦੀਆਂ ਨੇ, ਸਾਨੂੰ ਹੋਟਲ 'ਚ ਰੁਕਣਾ ਪਿਆ, ਪਰ ਅੱਜ ਅਸੀਂ ਸੋਚਿਆ ਸੀਗਾ ਕਿ ਜੇ ਇਹ ਸਾਰੇ ਜਾਣੇ ਇੰਨੀ ਠੰਡ 'ਚ ਰਹਿ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਰਹਿ ਸਕਦੇ। ਬੱਚੇ ਤਾਂ ਅਸੀਂ ਵੀ ਕਿਸਾਨਾਂ ਦੇ ਹੀ ਆ, ਚਲੋ ਅੱਜ ਇੱਕ ਕੰਫਰਟ ਜ਼ੋਨ ਮਿਲ ਗਈ ਆ, ਉਹ ਅਲੱਗ ਚੀਜ਼ ਆ, ਪਰ ਪਲੇ ਤਾਂ ਸ਼ਾਇਦ ਸਾਡਾ ਵੀ ਖੂਨ ਹੋਈ ਆ। ਸੋ ਅੱਜ ਅਸੀਂ ਸੋਚਿਆ ਹੀ ਸੀਗਾ ਕਿ ਅੱਜ ਇੱਥੇ ਹੀ ਰਹਿਣਾ, ਪਰ ਉਹ ਕਹਿ ਲਓ ਕਿ ਇੱਕ ਕਿਸਮਤ ਆ ਕਿ ਸੋਚਿਆ ਅਸੀਂ ਸੀ ਕਿ ਅੱਜ ਅਸੀਂ ਇੱਥੇ ਹੀ ਰਾਤ ਕੱਟਣੀ ਆ, ਪਰ ਸਾਡੀ ਕਿਸਮਤ ਹੈ ਕਿ ਸਾਨੂੰ ਅੱਜ ਟੈਂਟ ਮਿਲ ਅੱਜ ਸੋਚਿਆ ਅਸੀਂ ਸੀਗਾ, ਬਟ ਪ੍ਰਮਾਤਮਾ ਉੱਪਰੋਂ ਦੇਖ ਰਿਹਾ ਸੀਗਾ ਕਿ ਇਹਨਾਂ ਨੇ ਸੋਚਿਆ, ਇਹਨਾਂ ਲਈ ਸਾਡੇ ਲਈ ਮੁਹੱਈਆ ਕਰਵਾ ਦਿੱਤਾ। ਅਸੀਂ ਸੰਗਤ ਏਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਟੈਂਟ ਵੀ ਜਿਹੜਾ ਉਹ ਤਿਆਰ ਹੋ ਚੁੱਕਾ ਇਸ ਸਮੇਂ, ਤੇ ਸਾਰੀਆਂ ਜਿਹੜਾ ਸਾਰਾ ਸਟਾਫ ਹੈ ਉਹ ਕਾਫੀ ਖੁਸ਼ ਹੈ, ਕਾਫੀ ਐਕਸਾਈਟਡ ਵੀ ਹੈ, ਕਿਉਂਕਿ ਆਪਣੀ ਸਾਰੀ ਟੀਮ ਵੱਲੋਂ ਸੰਗਤ ਏਡ ਟਰਸਟ ਦੀ ਜਿੰਨੇ ਵੀ ਸਾਡੇ ਮੈਂਬਰ ਨੇ, ਉਹ ਚਾਹੇ ਯੂਕੇ ਦੇ ਵਿੱਚ ਰਹਿ ਰਹੇ ਆ, ਚਾਹੇ ਇੰਡੀਆ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਟੀਮਸ ਨੇ, ਸਾਰਿਆਂ ਵੱਲੋਂ ਜਿੰਨੀ ਵੀ ਸੰਗਤ ਜੁੜੀ ਹੈ ਸੰਗਤ ਏਡ ਨਾਲ, ਉਹਨਾਂ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਤੁਹਾਨੂੰ ਇੱਕ ਸਲੂਟ ਕਰਦੇ ਹਾਂ ਕਿ ਤੁਸੀਂ ਇੱਥੇ ਡਟੇ ਹੋ ਆਪਣੇ ਪਿਓਾਂ, ਆਪਣੇ ਭਰਾਵਾਂ, ਆਪਣੇ ਦਾਦਿਆਂ ਦੇ ਨਾਲ। ਸੋ ਅਸੀਂ ਇਹ ਸਮਝਦੇ ਹਾਂ ਕਿ ਮਤਲਬ ਜੇ ਸਾਰਾ ਪਰਿਵਾਰ ਇੱਕ ਮੋਰਚੇ ਦੇ ਵਿੱਚ ਟਾਣ ਬਣ ਕੇ ਖੜ ਗਿਆ ਤੇ ਸਾਨੂੰ ਜਿਹੜਾ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ। ਸੰਗਤ ਜੀ ਇੱਕ ਹੋਰ ਵੀਰ ਗੁਰਸਿੱਖ ਨੌਜਵਾਨ ਸਾਡੇ ਨਾਲ ਮੌਜੂਦ ਨੇ ਜਿਹੜੇ ਇੱਥੇ ਹੀ ਟਿੱਕਰੀ ਬਾਰਡਰ ਤੇ ਖੜੇ ਆ। ਤੇ ਕੋਕਰੀ ਤੋਂ ਆਏ ਹੋ ਤੁਸੀਂ? ਹਾਂਜੀ ਬਾਈ ਜੀ, ਆਪਣਾ ਲੰਗਰ ਲਾਇਆ ਹੋਇਆ ਜੀ ਕੋਕਰੀ ਕਲਾਂ ਦਾ। ਅਸੀਂ ਵੀ ਮੇਰੇ ਹਿਸਾਬ ਨਾਲ 8 ਤਰੀਕ ਤੋਂ ਅਸੀਂ ਲੰਗਰ ਚਲਾ ਰਹੇ ਹਾਂ ਇੱਥੇ ਲਗਾਤਾਰ। ਪਹਿਲੀ ਗੱਲ ਤਾਂ ਵੀ ਅਸੀਂ ਸੰਗਤ ਵੱਲੋਂ ਤੇ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਕਿ ਤੁਸੀਂ ਇੱਕ ਤਾਂ ਲੰਗਰ ਉਪਰਾਲਾ ਤੇ ਨਾਲ ਹੀ ਜਿਹੜਾ ਸਿਹਤ ਸੰਬੰਧੀ ਸੇਵਾਵਾਂ ਵੀ ਜਿਹੜਾ ਸਟਾਫ ਤੁਹਾਡੇ ਨਗਰ ਤੋਂ ਪਹੁੰਚਿਆ, ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਹਾਡਾ ਵੀ ਕਰਦੇ ਕਿ ਤੁਸੀਂ ਸਾਰੇ ਪਰਿਵਾਰ ਸਮੇਤ ਸਾਰੀਆਂ ਭੈਣਾਂ ਨੂੰ ਵੀ ਇੱਥੇ ਲੈ ਕੇ ਪਹੁੰਚੇ ਹੋ। ਸੋ ਅੱਜ ਅਸੀਂ ਜਾਣਨਾ ਚਾਹੁੰਦੇ ਹਾਂ ਕੁਝ ਤੁਹਾਡੇ ਜ਼ਬਾਨੀ ਕਿ ਤੁਹਾਨੂੰ ਕੋਈ ਮੁਸ਼ਕਲਾਂ, ਕਿਉਂਕਿ ਥੋੜਾ ਜਿਹੜਾ ਲੇਡੀਜ਼ ਦਾ ਰੁਕਣਾ ਔਖਾ ਹੋ ਜਾਂਦਾ ਹੈ, ਸੋ ਤੁਹਾਨੂੰ ਕਿਸੇ ਤਰ੍ਹਾਂ ਦੀਆਂ ਕੋਈ ਰਿਹਾਇਸ਼ ਸੰਬੰਧੀ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਸੀ ਉਹਦੇ ਬਾਰੇ ਜ਼ਰੂਰ ਸੰਗਤ ਨੂੰ। ਹਾਂਜੀ ਬਾਈ ਜੀ, ਸਾਡੇ ਨਾਲ ਜਿਵੇਂ ਵੈਸੇ ਤਾਂ ਟਰਾਲੀਆਂ ਦੇ ਵਿੱਚ ਆਪਣੇ ਜਿਹੜੇ ਵੀਰ ਸੀਗੇ ਉਹ ਤਾਂ ਰਹਿੰਦੇ ਸੀਗੇ। ਇਸ ਤੋਂ ਬਿਨਾਂ ਜਿੱਦਾਂ ਕੋਈ ਲੇਡੀਜ਼ ਆ ਜਾਂਦੀ ਸੀ ਸਾਨੂੰ ਉਹਦੇ ਵਾਸਤੇ ਬਹੁਤ ਪ੍ਰੋਬਲਮ
ਪ੍ਰੋਬਲਮ ਹੁੰਦੀ ਸੀ, ਜਾਂ ਕੋਈ ਜਿਵੇਂ ਮੰਨ ਲਓ ਵੀ ਰਾਤ ਨੂੰ ਕੋਈ ਬੰਦਾ ਆ ਗਿਆ ਹਨਾ ਜੀ, ਕੋਈ 4-5 ਮੁੰਡੇ ਜਿਨ੍ਹਾਂ ਵਾਸਤੇ ਪ੍ਰਬੰਧ ਨਹੀਂ ਸੀ, ਬਹੁਤ ਬੰਦੇ ਆਉਂਦੇ ਸੀ ਸਾਡੇ ਕੋਲੇ ਰਹਿਣ ਵਾਸਤੇ, ਤੇ ਉਹਦੀ ਸਾਨੂੰ ਥੋੜੀ ਜਿਹੀ ਪ੍ਰੋਬਲਮ ਆਉਂਦੀ ਸੀਗੀ। ਤੇ ਅੱਜ ਸੈਕਟਡ ਯੂਕੇ ਵੱਲੋਂ ਜੀ ਇਹਨਾਂ ਵੀਰਾਂ ਨੇ ਸੰਗਤ ਏਡ ਯੂਕੇ ਵੱਲੋਂ ਉਪਰਾਲਾ ਕੀਤਾ ਗਿਆ ਜੀ। ਉਹਨਾਂ ਨੇ ਸਾਡੇ ਵਾਸਤੇ 2 ਟੈਂਟ ਮੁਹੱਈਆ ਕਰਾਏ ਆ ਜੀ, ਜਿਹੜੇ 10 ਬਾਏ 10 ਦੇ ਨੇ, ਤੇ ਇਹਦੇ 'ਚ ਘੱਟੋ ਘੱਟ 10 ਬੰਦੇ ਪੈ ਸਕਦੇ ਆ ਜੀ ਬਾਈ। ਹਾਂਜੀ, ਇੱਕ ਟੈਂਟ ਦੇ ਵਿੱਚ 10 ਬੰਦੇ ਪੈ ਸਕਦੇ ਆ, ਤੇ 2 ਟੈਂਟ ਸਾਨੂੰ ਬਾਈ ਹੁਣੀ ਦੇ ਕੇ ਗਏ ਨੇ। ਬਾਈ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ। ਜਿੰਨੀ ਵੀ ਸੰਗਤ ਨੇ ਇਹ ਦਸਵੰਧ ਤਿਲ ਫੁੱਲ ਜਿਹੜਾ ਭੇਟ ਕੀਤਾ ਸੰਗਤ ਏਡ ਯੂਕੇ ਨੂੰ, ਸਾਰੀ ਸੰਗਤ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ? ਉਹਨਾਂ ਦਾ ਬਹੁਤ ਵਧੀਆ ਉਪਰਾਲਾ ਜੀ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਬਹੁਤ ਵਧੀਆ ਉਪਰਾਲਾ ਜੀ ਉਹਨਾਂ ਦਾ। ਉਹ ਪਹਿਲਾਂ ਵੀ ਸਾਨੂੰ ਜਿਵੇਂ ਪਤਾ ਲੱਗਿਆ, ਉਹਨਾਂ ਨੇ ਅੱਗੇ ਵੀ ਪਿੱਛੇ ਵੀ ਵੰਡੇ ਹੋਏ ਨੇ ਜੀ, ਸਾਰੇ ਬਾਰਡਰਾਂ ਦੇ ਉੱਤੇ ਜਾ ਕੇ ਆਏ ਨੇ। ਟਿੱਕਰੀ ਬਾਰਡਰ ਤੇ ਥੋੜੀ ਜਿਹੀ ਇਸ ਚੀਜ਼ ਦੀ ਵੱਧ ਜ਼ਰੂਰਤ ਸੀ, ਅੱਜ ਮੇਰੇ ਵੀਰ ਸਾਰੇ ਇੱਧਰ ਆਏ ਹੋਏ ਨੇ ਜੀ, ਉਹ ਮੂਹਰਲੇ ਹਨਾ ਪ੍ਰਬੰਧਕ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ ਫੇਰ ਜੀ। ਸੋ ਸੰਗਤ ਜੀ, ਤੁਹਾਡੀ ਸਪੋਰਟ ਦੇ ਕਰਕੇ ਦੇਖ ਸਕਦੇ ਹਾਂ ਕਿ ਕਿੰਨਾ ਨੌਜਵਾਨਾਂ ਦੇ ਵਿੱਚ ਉਤਸ਼ਾਹ ਹੈ, ਤੇ ਸਾਰੇ ਹੀ ਬਹੁਤ ਬਹੁਤ ਧੰਨਵਾਦ ਕਰ ਰਹੇ ਆ ਸੰਗਤ ਦਾ। ਸਾਡੀ ਵੀ ਸਾਰੀ ਟੀਮ ਵੱਲੋਂ ਜਿਹੜਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।